ਸਪੀਡ ਨੈਚੁਰਲ ਹੋਣੀ ਚਾਹੀਦੀ ਹੈ। ਤੇ ਜਿਹੜੇ ਦੂਜੇ ਪੌਜ਼ਸ ਨੇ ਹੈਜ਼ਿਟੇਸ਼ਨ ਰਿਲੇਟਡ ਕਿ ਤੁਸੀਂ ਘਬਰਾ ਗਏ ਹੋ, ਤੁਹਾਨੂੰ ਪਤਾ ਨਹੀਂ, ਉਹ ਉਹਨਾਂ ਨੂੰ ਸਮਝ ਆ ਜਾਂਦਾ ਹੈ ਕਿ ਇਹ ਕੰਟੈਂਟ ਰਿਲੇਟਡ ਨਹੀਂ ਹੈ, ਇਹ ਘਬਰਾਹਟ ਵਾਲਾ ਪੌਜ਼ ਹੈ, ਉਹ ਤੁਹਾਡਾ ਲੋਅਰ ਕਰਦਾ ਹੈ ਸਕੋਰ। ਫਲੂਐਂਸੀ ਤੁਹਾਡੀ ਕੰਪਰੋਮਾਈਜ਼ ਹੋ ਜਾਏਗੀ ਜੇ ਤੁਸੀਂ ਡਰ ਗਏ ਹੋ। ਹੁਣ ਜਿਹੜਾ ਮੰਮੀ ਪਾਪਾ ਕੀ ਕਹਿਣਗੇ, ਦੋਸਤ ਕੀ ਕਹਿਣਗੇ, ਐਗਜ਼ਾਮ ਬੜਾ ਮਹਿੰਗਾ ਹੈ, ਕਲੀਅਰ ਕਰਨਾ ਜ਼ਰੂਰੀ ਹੈ, ਇਹ ਸਾਰੀਆਂ ਗੱਲਾਂ ਜੇ ਲੈ ਕੇ ਅਸੀਂ ਸਪੀਕਿੰਗ ਟੈਸਟ ਦੇ ਅੰਦਰ ਜਾਵਾਂਗੇ ਤੇ ਅਸੀਂ ਘਬਰਾ ਜਾਵਾਂਗੇ। ਸੋ ਲਿਸਨਿੰਗ ਮੋਡਿਊਲ, ਮੈਂ ਟੀਵੀ ਦੇਖ ਰਹੀ ਹਾਂ, ਮੈਂ ਕਿਤਾਬਾਂ ਵੀ ਪੜ੍ਹ ਰਹੀ ਹਾਂ ਇੰਗਲਿਸ਼ ਦੀਆਂ, ਠੀਕ ਹੈ, ਪਰ ਜਦੋਂ ਮੈਂ ਇੰਗਲਿਸ਼ ਸੁਣ ਰਹੀ ਹਾਂ ਉਦੋਂ ਨਹੀਂ ਮੈਨੂੰ ਸਮਝ ਆ ਰਹੀ। ਵੈਨ ਯੂ ਆਰ ਵੈਲ ਡਰੈਸਡ ਤੁਹਾਡਾ ਕੌਨਫੀਡੈਂਸ ਆ ਪਾਉਂਦਾ ਹੈ, ਤੁਹਾਡੀ ਖੁਸ਼ਬੂ ਤੁਹਾਡੀ ਅੱਛੀ ਆ ਰਹੀ ਹੈ, ਤੁਸੀਂ ਪਰਫਿਊਮ ਲਗਾਈ, ਤੁਹਾਡਾ ਕੌਨਫੀਡੈਂਸ। ਅਸੀਂ ਸਿਖਾਉਂਦੇ ਹਾਂ ਜਦੋਂ ਅਸੀਂ ਕਾਰਪੋਰੇਟ ਟ੍ਰੇਨਿੰਗਸ ਦਿੰਦੇ ਹਾਂ। ਲਿਸਨਿੰਗ ਦੇ ਵਿੱਚ ਉਹ ਆਪਣੇ ਹਿਸਾਬ ਦੇ ਨਾਲ ਉਹਨਾਂ ਦਾ ਆਪਣਾ ਐਕਸੈਂਟ ਆ, ਕਿਹੋ ਜਿਹੇ ਐਕਸੈਂਟ ਬੱਚੇ ਸੁਣ ਕੇ ਪ੍ਰੈਕਟਿਸ ਕਰਨ। ਸਤਿ ਸ਼੍ਰੀ ਅਕਾਲ ਜੀ, ਬੈਠਕ ਵਿਦ ਵਰੁਣ ਕੌਰ ਮਾਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ। ਆਇਲਸ ਦੇ ਉੱਤੇ ਗੱਲਬਾਤ ਹੋਏਗੀ, ਬਹੁਤ ਸਾਰੇ ਟਿਪਸ ਐਂਡ ਟ੍ਰਿਕਸ ਦੱਸੇ ਜਾਣਗੇ ਜਿਸ ਦੇ ਨਾਲ ਆਇਲਸ ਨੂੰ ਕਲੀਅਰ ਕੀਤਾ ਜਾਏ। ਆਇਲਸ ਨੂੰ ਲੈ ਕੇ ਜਿੰਨੀਆਂ ਸਾਰੀਆਂ ਮਿਥ ਬਣੀਆਂ ਹੋਈਆਂ ਨੇ ਉਸ ਨੂੰ ਵੀ ਦੂਰ ਕੀਤਾ ਜਾਏਗਾ। ਔਰ ਇਸ ਸਾਰੇ ਕੁਐਸਚਨਸ ਦੇ ਆਨਸਰ ਕਰਨ ਦੇ ਲਈ ਸਾਡੇ ਨਾਲ ਸਟੂਡੀਓ 'ਚ ਨੇ ਅਨੁਕਿਰਨ ਖੰਨਾ। ਅਨੁਕਿਰਨ ਖੰਨਾ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਹ ਖੁਦ 8.5 ਇਹਨਾਂ ਦੇ ਓਵਰਆਲ ਬੈਂਡ ਆਏ ਨੇ। ਲਿਸਨਿੰਗ ਦੇ ਵਿੱਚ 9 ਬੈਂਡ, ਜੋ ਕਿ ਬਹੁਤ ਮੁਸ਼ਕਿਲ ਹੁੰਦੇ ਨੇ। ਫਾਊਂਡਰ ਤੇ ਔਰ CEO ਵੀ ਨੇ, ਫਾਊਂਡਰ CEO ਸਪਿਨਮਾਰਕ ਇੰਸਟੀਚਿਊਟ ਦੇ, ਜਿੱਥੇ ਇੰਗਲਿਸ਼ ਵੀ ਸਿਖਾਉਂਦੇ ਨੇ ਔਰ ਬਹੁਤ ਜਲਦ ਇਹ ਆਇਲਸ ਦੀਆਂ ਕਲਾਸਿਸ ਵੀ ਸ਼ੁਰੂ ਕਰਨਗੇ। ਹੈਲੋ, ਸਵਾਗਤ ਜੀ ਆਇਆਂ ਨੂੰ। ਥੈਂਕ ਯੂ ਸੋ ਮਚ ਵਰੁਣ ਜੀ। ਅੱਜ ਆਪਾਂ ਗੱਲ ਕਰਨੀ ਹੈ ਆਇਲਸ ਦੇ ਉੱਤੇ। ਬਹੁਤ ਸਾਰੀਆਂ ਟੈਨਸ਼ਨਸ ਹੁੰਦੀਆਂ ਆਇਲਸ ਨੂੰ ਲੈ ਕੇ, ਹੈ ਨਾ, ਕਿ ਹੁਣ ਇੱਦਾਂ ਕਹਿ ਲਓ ਕਿ ਹਰ ਤੀਸਰੇ ਬੰਦੇ ਨੂੰ ਆਇਲਸ ਕਰਨ ਦੀ ਤਾਂ ਹੈਗੀ ਹੈ ਕੋਸ਼ਿਸ਼, ਪਰ ਹੁੰਦੀ ਨਹੀਂ। ਬਾਕੀ ਲਿਸਨਿੰਗ, ਸਪੀਕਿੰਗ, ਰਾਈਟਿੰਗ, ਸਾਰੇ ਕੁਐਸਚਨਸ 'ਤੇ ਮੈਂ ਆਊਂਗੀ। ਸਭ ਤੋਂ ਪਹਿਲਾਂ ਮੇਰਾ ਕੁਐਸਚਨ, ਬਹੁਤ ਸਾਰੇ ਲੋਕ ਕਹਿ ਦਿੰਦੇ ਹੈ ਇਹਦੀ ਇੰਗਲਿਸ਼ ਬਹੁਤ ਵਧੀਆ ਸੀ ਪਰ ਇਹਦੀ ਆਇਲਸ ਨਹੀਂ ਕਲੀਅਰ ਹੋਈ। ਉਹ ਇਹਨੂੰ ਇੰਗਲਿਸ਼ ਤਾਂ ਆਉਂਦੀ ਨਹੀਂ ਸੀ, ਇਹਦੀ ਆਇਲਸ ਕਿੱਦਾਂ ਕਲੀਅਰ ਹੋ ਗਈ? ਇਹ ਵਰੁਣ ਜੀ ਤੁਸੀਂ ਇੱਕ ਬੜਾ ਸਹੀ ਸਵਾਲ ਪੁੱਛਿਆ, ਕਿਉਂਕਿ ਇਹ ਨਾ ਇੱਕ ਆਇਲਸ ਦੇ ਰਿਲੇਸ਼ਨ ਵਿੱਚ ਬਹੁਤ ਵੱਡਾ ਮਿਥ ਹੈ ਜਿਹੜਾ ਕਿ ਬੱਚਿਆਂ ਨੂੰ ਬਹੁਤ ਤੰਗ ਕਰਦਾ ਹੈ। ਕਿਉਂਕਿ ਲੋਕਾਂ ਦਾ ਇਹ ਮੰਨਣਾ ਹੈਗਾ ਆਇਲਸ ਦੇ ਰਿਲੇਸ਼ਨ 'ਚ ਕਿ ਸਿਰਫ ਇੱਕ ਇੰਗਲਿਸ਼ ਦਾ ਐਗਜ਼ਾਮ ਹੈਗਾ ਤੇ ਜਿਹਨੂੰ ਇੰਗਲਿਸ਼ ਆਂਦੀ ਹੈ ਉਹਦੇ ਬਹੁਤ ਅੱਛੇ ਮਾਰਕਸ ਆਣੇ ਚਾਹੀਦੇ, ਉਹਨੂੰ ਪ੍ਰਿਪੇਅਰ ਕਰਨ ਦੀ ਵੀ ਲੋੜ ਨਹੀਂ ਹੈਗੀ, ਤੇ ਜਿਹਨੂੰ ਨਹੀਂ ਆਂਦੀ ਉਹਦੇ ਆ ਹੀ ਨਹੀਂ ਸਕਦੇ। ਤੇ ਸਭ ਤੋਂ ਵੱਡੀ ਗੱਲ ਹੈ, ਅਸੀਂ ਇੱਕ ਗੱਲ ਸਮਝਣੀ ਸਾਨੂੰ ਚਾਹੀਦੀ ਹੈਗੀ ਹੈ ਕਿ ਜਿਹੜਾ ਆਇਲਸ ਹੈ ਉਹ ਸਿਰਫ ਇੰਗਲਿਸ਼ ਦਾ ਐਗਜ਼ਾਮ ਨਹੀਂ ਹੈਗਾ ਜੀ। ਉਹਦੇ 'ਚ ਬਹੁਤ ਸਾਰੀਆਂ ਸਟ੍ਰੈਟਜੀਜ਼ ਇਨਵੋਲਵਡ ਹੁੰਦੀਆਂ, ਕਿਉਂਕਿ 4 ਸਕਿੱਲਸ ਤੁਹਾਡੀਆਂ ਟੈਸਟ ਹੁੰਦੀਆਂ, ਲਿਸਨਿੰਗ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ। ਕਈ ਵਾਰ ਕੋਈ ਬੰਦਾ, ਕਿਸੇ ਦੀ ਇੰਗਲਿਸ਼ ਅੱਛੀ ਹੈਗੀ ਹੈ ਪਰ ਉਹਦੀ ਆਡੀਟਰੀ ਸਕਿੱਲਸ ਇੰਨੀਆਂ ਅੱਛੀਆਂ ਨਹੀਂ ਹੈਗੀਆਂ, ਜਾਂ ਰੀਡਿੰਗ ਉਹਦੀ ਫਾਸਟ ਨਹੀਂ ਹੈਗੀ, ਤੇ ਹੋਰ ਬਹੁਤ ਸਾਰੀਆਂ ਸਟ੍ਰੈਟਜੀਜ਼ ਇਨਵੋਲਵਡ ਹੁੰਦੀਆਂ ਹੈ ਐਗਜ਼ਾਮ ਨੂੰ ਦੇਣ ਪਿੱਛੇ। ਕਿਉਂਕਿ ਟਾਈਮ ਮੈਨੇਜਮੈਂਟ ਤੁਹਾਡੀ ਹੋਣੀ ਚਾਹੀਦੀ ਹੈ, ਕਿਸ ਮੋਡਿਊਲ ਨੂੰ ਕਿਸ ਤਰ੍ਹਾਂ ਅਟੈਂਪਟ ਕਰਨਾ ਹੈ, ਉਹ ਸਟ੍ਰੈਟਜੀਜ਼ ਤੁਹਾਨੂੰ ਆਉਣੀਆਂ ਚਾਹੀਦੀਆਂ। ਤੇ ਇਹ ਸਿਰਫ ਇੱਕ ਇੰਗਲਿਸ਼ ਦਾ ਟੈਸਟ ਨਹੀਂ ਹੈਗਾ। ਇਹ ਜਿਹੜਾ ਇੱਕ ਬਿਲੀਫ ਹੈ ਨਾ ਕਿ ਇਹ ਸਿਰਫ ਇੱਕ ਇੰਗਲਿਸ਼ ਦਾ ਐਗਜ਼ਾਮ ਹੈ, ਇਹਦੇ ਕਰਕੇ ਬਹੁਤ ਸਾਰੇ ਸਟੂਡੈਂਟਸ ਬਹੁਤ ਪ੍ਰੈਸ਼ਰ ਲੈਂਦੇ ਆ। ਕਿਉਂਕਿ ਜੇ ਫੋਰ ਐਗਜ਼ਾਮਪਲ ਜੇ ਉਹਨਾਂ ਦੇ ਟ੍ਰੇਨਰ ਨੇ ਉਹਨਾਂ ਨੂੰ ਠੀਕ ਤਰ੍ਹਾਂ ਕਿਸੇ ਰੀਜ਼ਨ ਕਰਕੇ ਗਾਈਡੈਂਸ ਨਹੀਂ ਦਿੱਤੀ, ਜਾਂ ਉਹਨਾਂ ਦੀ ਪ੍ਰੈਪਰੇਸ਼ਨ ਠੀਕ ਤਰ੍ਹਾਂ ਸਟ੍ਰੈਟਜੀਜ਼ ਟਾਈਮ ਮੈਨੇਜਮੈਂਟ ਦੀ ਨਹੀਂ ਹੋ ਪਾਈ, ਤੇ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਨਹੀਂ ਆਇਆ, ਤੇ ਜਿਹੜੀ ਫੈਮਿਲੀ ਹੈ, ਪੀਅਰ ਗਰੁੱਪ ਹੈ, ਇੰਨਾ ਪ੍ਰੈਸ਼ਰ ਉਹਨਾਂ 'ਤੇ ਪਾ ਦਿੱਤਾ ਜਾਂਦਾ ਹੈ ਕਿ ਉਹ ਲੇਬਲ ਕਰ ਦਿੱਤਾ ਜਾਂਦਾ ਹੈ ਕਿ ਇਹਨਾਂ ਨੂੰ ਤਾਂ ਇੰਗਲਿਸ਼ ਆਉਂਦੀ ਹੀ ਨਹੀਂ ਹੈ। ਕਿਉਂਕਿ ਲੋਕਾਂ ਨੂੰ ਅੰਡਰਸਟੈਂਡਿੰਗ ਹਾਲੀ ਇਹ ਨਹੀਂ ਹੈਗੀ ਕਿ ਇਹ ਸਿਰਫ ਇੱਕ ਇੰਗਲਿਸ਼ ਦਾ ਐਗਜ਼ਾਮ ਨਹੀਂ ਹੈ, ਇਹਦੇ 'ਚ ਬਹੁਤ ਸਾਰੀ ਸਟ੍ਰੈਟਜੀਜ਼ ਇਨਵੋਲਵਡ ਹੈ ਜਿਨ੍ਹਾਂ ਨੂੰ ਲਰਨ ਕਰਕੇ, ਪ੍ਰੈਕਟਿਸ ਕਰਕੇ ਐਗਜ਼ਾਮ ਦੇਣਾ ਪੈਂਦਾ ਹੈ। ਐਗਜ਼ਾਮ ਕੰਡੀਸ਼ਨਸ ਵਿੱਚ, ਉਸ ਮਾਹੌਲ ਵਿੱਚ ਟਾਈਮ ਮੈਨੇਜ ਕਰਕੇ, ਉਹ ਇੱਕ ਅਲੱਗ ਲੈਵਲ ਹੁੰਦਾ ਹੈ। ਮਤਲਬ ਉਹ ਸਿਰਫ ਇੱਕ ਇੰਗਲਿਸ਼ ਤੁਸੀਂ ਜਾ ਕੇ ਕਿਸੇ ਨੂੰ ਸੁਣਾ ਕੇ ਇੱਕ ਕੈਜੂਅਲ ਕਨਵਰਸੇਸ਼ਨ ਕਰਕੇ ਨਹੀਂ ਆ ਰਹੇ ਹੋ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਉਸ ਵੇਲੇ ਦੇਖਣੀਆਂ ਪੈਂਦੀਆਂ ਜਿਹਦੇ ਤੇ ਤੁਹਾਡਾ ਰਿਜ਼ਲਟ ਡਿਪੈਂਡ ਕਰਦਾ ਹੈ। ਬਿਲਕੁਲ, ਮੈਂ ਸਮਝ ਗਈ ਹੈ ਨਾ ਕਿ ਇੱਦਾਂ ਹੀ ਨਹੀਂ ਸੋਚੀ ਜਾਣਾ ਕਿ ਹਾਈ ਇੰਗਲਿਸ਼ ਤਾਂ ਆਉਂਦੀ ਨਹੀਂ ਸੀ, ਇਹਨੂੰ ਜਾਂ ਲੇਬਲ ਨਹੀਂ ਲਾ ਦੇਣਾ ਤੂੰ ਤਾਂ ਪਾਸ ਤਾਂ ਹੋਇਆ ਨਹੀਂ, ਇੰਨਾ ਇੰਗਲਿਸ਼ ਪੜ੍ਹਾਉਣ ਦਾ ਤੈਨੂੰ ਕੀ ਫਾਇਦਾ ਹੋਇਆ। ਕਿਉਂਕਿ ਮੈਂ ਖੁਦ ਨਾ ਇਲੈਕਟਿਵ ਇੰਗਲਿਸ਼ ਵਾਲੇ ਬੱਚੇ ਬਿਨਾਂ ਬੈਂਡਸ ਦੇ ਦੇਖੇ ਆ, ਔਰ ਉਹਨਾਂ ਬੱਚਿਆਂ ਨੂੰ, ਉਹਨਾਂ ਸਟੂਡੈਂਟਸ ਨੂੰ ਇੰਗਲਿਸ਼ ਦਾ ਆਇਲਸ ਟੈਸਟ ਕਲੀਅਰ ਕਰਦੇ ਹੋਏ ਦੇਖਿਆ ਜਿਨ੍ਹਾਂ ਕੋਲ ਇਲੈਕਟਿਵ ਇੰਗਲਿਸ਼ ਤਾਂ ਦੂਰ ਦੀ ਗੱਲ ਆ, ਉਹਨਾਂ ਨੇ ਹੋਰ ਮੀਡੀਅਮ ਦੇ ਵਿੱਚ ਸਬਜੈਕਟਸ ਪੜ੍ਹੇ ਹੋਏ ਸੀਗੇ। ਸ਼ੁਰੂਆਤ ਕਰਦੇ ਹਾਂ ਸਪੀਕਿੰਗ ਤੋਂ। ਸਪੀਕਿੰਗ ਤਾਂ ਮਤਲਬ ਡਰਾਈ ਦਿੰਦੀ ਹੈ। ਪਹਿਲਾਂ ਤਾਂ ਹੁੰਦਾ ਕਿ ਕੱਪੜੇ ਸੋਹਣੇ ਪਾ ਕੇ ਜਾਣੇ ਆ, ਸੋਹਣੇ ਕੱਪੜੇ ਜਿਹੜੇ ਇੰਪ੍ਰੈਸ਼ਨ ਪਾਉਂਦੇ ਆ ਜਿਹੜਾ ਤੁਹਾਡਾ ਟੈਸਟ ਲੈਣ ਆਉਂਦਾ। ਸੋ
ਸਪੀਕਿੰਗ ਦੇ ਤੁਹਾਡੇ ਬਹੁਤ ਵਧੀਆ ਨੰਬਰ ਆਏ ਆਇਲਸ ਦੇ ਵਿੱਚ, ਮੈਂ ਬਾਰ-ਬਾਰ ਦੱਸ ਰਹੀ ਹਾਂ ਖੁਦ, ਹੈ ਨਾ। ਮੈਂ ਜਿੱਥੋਂ ਤੱਕ ਮੈਨੂੰ ਯਾਦ ਹੈ ਸ਼ਾਇਦ ਤੁਹਾਡਾ ਆਇਲਸ ਵਾਲਿਆਂ ਨੇ ਵੀ ਆਪਣੇ ਉੱਪਰ ਕਿਤੇ ਇੰਟਰਵਿਊ ਚਲਾਉਣੀ ਨਾ ਤੁਹਾਡੀ, ਪਹਿਲਾਂ ਉਹ ਦੱਸਿਓ। ਮੇਰਾ ਆਇਲਸ ਵਾਲਿਆਂ ਨੇ ਇੰਟਰਵਿਊ ਲਿਆ ਸੀਗਾ ਬਿਕੋਜ਼ ਜਿਨ੍ਹਾਂ ਦੇ ਅੱਛੇ ਬੈਂਡ ਸਕੋਰਸ ਆਉਂਦੇ ਉਹਨਾਂ ਨੂੰ ਵਾਪਸ ਬੁਲਾਉਂਦੇ ਹਾਂਜੀ, ਤਾਂ ਕਿ ਇਹੀ ਜੋ ਗਲਤ ਫਹਿਮੀਆਂ ਹੈਗੀਆਂ ਆਇਲਸ ਦੇ ਐਗਜ਼ਾਮ ਨੂੰ ਲੈ ਕੇ ਤੇ ਜਿਹੜੇ ਟਿਪਸ ਟ੍ਰਿਕਸ ਅਸੀਂ ਦੇ ਸਕਨੇ ਆ ਬਾਕੀ ਸਟੂਡੈਂਟਸ ਨੂੰ ਪ੍ਰਿਪੇਅਰ ਕਰਨ ਵਾਸਤੇ, ਉਹਦਾ ਵਾਸਤੇ ਇੰਟਰਵਿਊ ਹੁਣੇ ਥੋੜੇ ਦਿਨਾਂ 'ਚ ਉਹਨਾਂ ਦਾ ਵੀ ਲਾਂਚ ਹੋ ਜਾਏਗਾ। ਉਹਨਾਂ ਨੇ ਮੇਰਾ ਇੰਟਰਵਿਊ ਲਿੱਤਾ ਹੈਗਾ ਜਿਹਦੇ 'ਚ ਮੈਂ ਟਿਪਸ ਐਂਡ ਟ੍ਰਿਕਸ ਬੱਚਿਆਂ ਨੂੰ ਦਿੱਤੇ ਹੈ ਕਿ ਕਿਸ ਤਰ੍ਹਾਂ ਉਹ ਅੱਛੇ ਬੈਂਡ ਸਕੋਰ ਲਿਆ ਸਕਦੇ ਆ ਆਇਲਸ ਵਿੱਚ। ਇਹ ਗੱਲ ਮੈਂ ਪਹਿਲਾਂ ਤਾਂ ਕਰ ਦਿੱਤੀ ਆ ਸਪੀਕਿੰਗ ਦੇ ਕੁਐਸਚਨ ਨੂੰ ਕੱਟ ਕੇ, ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਕਿ ਜਿਹੜੇ ਗੈਸਟ ਅਸੀਂ ਬੁਲਾਇਆ ਵਾਕਈ ਉਹਨਾਂ ਨੂੰ ਆਇਲਸ ਵਾਲੇ ਵੀ ਉਹਨਾਂ ਦੀ ਇੰਟਰਵਿਊ ਲੈਂਦੇ ਆ। ਸਪੀਕਿੰਗ ਕਰ ਦਿਓ ਸ਼ੁਰੂ ਹੁਣ। ਅੱਛਾ, ਸਪੀਕਿੰਗ ਜਿਹੜਾ ਹੈਗਾ ਨਾ, ਉਹ ਸਭ ਤੋਂ ਪਹਿਲਾਂ ਜਿਹੜੀ ਇੱਕ ਚੀਜ਼ ਹੈਗੀ ਹੈ ਜਿਹੜੇ ਬੱਚਿਆਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈਗੀ ਹੈ, ਉਹ ਹੈਗੀ ਹੈ ਕਿ ਇੱਕ ਰੋਬੋਟ ਦੀ ਤਰ੍ਹਾਂ ਤੁਸੀਂ ਸਪੀਕਿੰਗ ਐਗਜ਼ਾਮ ਨਹੀਂ ਦੇ ਸਕਦੇ। ਤੁਸੀਂ ਜਦੋਂ ਅੰਦਰ ਜਾਂਦੇ ਹੋ ਤੇ ਜਿਹੜਾ ਐਗਜ਼ਾਮੀਨਰ ਹੈ ਜਿਹਨੂੰ ਤੁਸੀਂ ਸਪੀਕਿੰਗ ਦਾ ਟੈਸਟ ਦੇ ਰਹੇ ਹੋ, ਉਹ ਇੱਕ ਮਸ਼ੀਨ ਨਹੀਂ ਹੈ ਜਿਹੜਾ ਤੁਹਾਡਾ ਟੈਸਟ ਲੈ ਰਹੀ ਹੈ। ਸਭ ਤੋਂ ਵੱਡੀ ਗਲਤੀ ਬੱਚੇ ਇਹ ਕਰਦੇ ਹੈ ਕਿ ਉਹ ਰੋਬੋਟਿਕ ਲੈਂਗੁਏਜ ਵਿੱਚ ਆਨਸਰ ਦੇ ਕੇ ਆਉਂਦੇ ਹੈ ਕਿ ਜਿੱਦਾਂ ਉਹ ਕੁਝ ਯਾਦ ਕਰਕੇ ਜਾਂਦੇ ਹੈ ਤੇ ਕਿਸੇ ਮਸ਼ੀਨ ਨੂੰ ਉਹਨਾਂ ਨੇ ਸੁਣਾ ਕੇ ਆ ਜਾਣਾ। ਇੱਕ ਹਿਊਮਨ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ। ਸਭ ਤੋਂ ਪਹਿਲੀ ਚੀਜ਼ ਹੈ ਕਿ ਯੂ ਨੀਡ ਟੂ ਅੰਡਰਸਟੈਂਡ ਕਿ ਜਿਹੜਾ ਐਗਜ਼ਾਮੀਨਰ ਹੈ ਉਹ ਇੱਕ ਹਿਊਮਨ ਹੈ, ਠੀਕ ਹੈ। ਤੇ ਉਹਦੇ ਨਾਲ ਇੱਕ ਤੇ ਡੋਂਟ ਫੋਰਗੇਟ ਟੂ ਸਮਾਈਲ, ਠੀਕ ਹੈ। ਚਾਹੇ ਐਗਜ਼ਾਮੀਨਰ ਸਮਾਈਲ ਕਰ ਰਿਹਾ ਕਿ ਨਹੀਂ, ਉਹ ਉਹਨਾਂ ਦਾ ਆਪਣਾ ਪ੍ਰੈਸ਼ਰ ਹੈ, ਕੰਮ ਬਹੁਤ ਕਰ ਲਿਆ ਦਿਨ ਦਾ, ਪਰ ਤੁਸੀਂ ਸਮਾਈਲ ਕਰਨੀ ਹੈ ਤੇ ਇੱਕ ਹਿਊਮਨ ਕਨੈਕਸ਼ਨ ਉੱਥੇ ਫਾਰਮ ਕਰਨਾ ਹੈ ਤੇ ਹਿਊਮਨਸ ਦੀ ਤਰ੍ਹਾਂ ਉਹਨਾਂ ਨਾਲ ਗੱਲ ਕਰਨੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਧਿਆਨ ਦੇਣ ਵਾਲੀ ਕਿ ਇਹ ਬੱਚਿਆਂ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਕਿ ਅਸੀਂ ਰੁਕਣਾ ਨਹੀਂ ਹੈਗਾ ਬੋਲਣ ਵੇਲੇ, ਅਸੀਂ ਪੌਜ਼ ਨਹੀਂ ਕਰ ਸਕਦੇ, ਸਾਡੇ ਨੰਬਰ ਕੱਟੇ ਜਾਣਗੇ। ਅੱਛਾ ਜੀ। ਤੇ ਅਸੀਂ ਇੱਕ ਗੱਲ ਅੰਡਰਸਟੈਂਡ ਕਰਨੀ ਹੈ ਕਿ ਦੋ ਤਰ੍ਹਾਂ ਦੇ ਪੌਜ਼ਸ ਹੁੰਦੇ ਹੈ ਜਦੋਂ ਤੁਸੀਂ ਇੱਕ ਸਪੀਕਿੰਗ ਟੈਸਟ ਦਿੰਦੇ ਹੋ। ਦੋ ਤਰ੍ਹਾਂ ਦੇ ਪੌਜ਼ਸ ਹੁੰਦੇ। ਪਹਿਲਾ ਪੌਜ਼ ਹੁੰਦਾ ਨੈਚੁਰਲ ਪੌਜ਼, ਜਿਹੜਾ ਕੰਟੈਂਟ ਰਿਲੇਟਡ ਪੌਜ਼ ਹੈ ਕਿ ਤੁਸੀਂ ਸੋਚ ਕੇ ਗੱਲ ਕਰ ਰਹੇ ਹੋ, ਤੁਹਾਨੂੰ ਜਿਹੜੀ ਪੁੱਛੀ ਗਈ ਹੈ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਜਦੋਂ ਅਸੀਂ ਜਾਂਦੇ ਹਾਂ ਤੇ ਨੈਚੁਰਲ ਪ੍ਰੋਗਰੈਸ਼ਨ ਹੁੰਦੀ ਹੈ ਕਿ ਅਸੀਂ ਥੋੜਾ ਜਿਹਾ ਪੌਜ਼ ਕਰਨੇ ਆ, ਉਹ ਇੱਕ ਨੈਚੁਰਲ ਪੌਜ਼ ਹੈ। ਦੂਜਾ ਪੌਜ਼ ਹੁੰਦਾ ਜਿਹੜਾ ਹੈਜ਼ਿਟੇਸ਼ਨ ਰਿਲੇਟਡ ਹੈ ਕਿ ਤੁਹਾਨੂੰ ਹੁਣ ਸਮਝ ਨਹੀਂ ਆ ਰਿਹਾ ਕੀ ਕਹਿਣਾ, ਤੁਸੀਂ ਘਬਰਾ ਗਏ ਹੋ, ਤੁਹਾਨੂੰ ਪਤਾ ਨਹੀਂ ਮੈਂ ਕੀ ਬੋਲਾਂ, ਉਹ ਹੈਜ਼ਿਟੇਸ਼ਨ ਰਿਲੇਟਡ ਪੌਜ਼ ਹੈ। ਹਾਂਜੀ, ਸਾਨੂੰ ਨੈਚੁਰਲ ਪੌਜ਼ਸ ਨੂੰ ਕੱਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਓਕੇ। ਐਗਜ਼ਾਮੀਨਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਪਤਾ ਹੈ ਕਿ ਨੈਚੁਰਲ ਪੌਜ਼, ਕਿਉਂਕਿ ਅਸੀਂ ਇੱਕ ਹਿਊਮਨ ਕਨਵਰਸੇਸ਼ਨ ਕਰ ਰਹੇ ਹਾਂ, ਨੈਚੁਰਲ ਪੌਜ਼ਸ ਆਣੇ ਹੈ। ਜਦੋਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਤੁਸੀਂ ਜਾਣਾ, ਉਹ ਪ੍ਰੋਗਰੈਸ਼ਨ, ਅਸੀਂ ਉਹਨੂੰ ਵੌਇਸ ਮੋਡੂਲੇਸ਼ਨ ਕਹਿੰਦੇ ਹਾਂ, ਉਤਾਰ ਚੜਾਵ ਆਣਾ ਹੈ ਤੁਹਾਡੇ ਵੌਇਸ ਵਿੱਚ, ਉਹ ਨੈਚੁਰਲ ਹੈ, ਉਹ ਐਕਸਪੈਕਟ ਕਰ ਰਹੇ। ਫੋਰ ਐਗਜ਼ਾਮਪਲ ਜਿੱਦਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਅੱਜ ਮੈਂ ਸਵੇਰੇ ਕੀ ਕੀਤਾ, ਹੈ ਨਾ, ਮੈਂ ਉਹਨਾਂ ਨੂੰ ਕਹਿ ਰਹੀ ਹਾਂ ਕਿ ਪਹਿਲਾਂ ਮੈਂ ਉੱਠੀ ਸੀਗੀ, ਫਿਰ ਮੈਂ ਵਾਕ ਕੀਤੀ, ਤੇ ਕਈ ਵਾਰੀ ਆਪਾਂ ਗੱਲ ਕਰਦੇ ਰੁਕ ਜਾਂਦੇ ਆ, ਯਾਦ ਨਹੀਂ ਆਉਂਦਾ ਆਪਾਂ ਕੀ ਖਾਧਾ। ਤੁਸੀਂ ਫੇਰ ਮੈਂ ਕਰਕੇ ਵੀ ਤੇ ਪੌਜ਼ ਹੀ ਕੀਤਾ ਹੈ ਨਾ ਛੋਟਾ ਜਿਹਾ, ਕਿ ਫੇਰ ਮੈਂ ਵਾਕ ਕੀਤੀ, ਫੇਰ ਮੈਂ, ਇਹ ਨੈਚੁਰਲ ਹੈਗਾ, ਹੈ ਨਾ। ਹੁਣ ਜੇ ਤੁਸੀਂ ਸੋਚੋ ਕਿ ਤੁਸੀਂ ਟਟ ਕਰਕੇ ਬੋਲ ਗਏ ਹੋ, ਬਿਲਕੁਲ ਨਹੀਂ ਰੁਕੇ, ਇੱਕ ਫਾਸਟ ਸਪੀਡ ਤੇ ਮੈਂ ਬੋਲ ਗਈ ਇਸ ਡਰ ਦੇ ਮਾਰੇ ਕਿ ਮੈਂ ਕਿਤੇ ਰੁਕ ਨਾ ਜਾਵਾਂ, ਉਹ ਅਨਨੈਚੁਰਲ ਇੱਕ ਪੇਸ ਹੋ ਜਾਂਦੀ ਹੈ। ਸਾਡੀ ਸਪੀਡ ਨੈਚੁਰਲ ਹੋਣੀ ਚਾਹੀਦੀ ਹੈ। ਤੇ ਜਿਹੜੇ ਦੂਜੇ ਪੌਜ਼ਸ ਨੇ ਹੈਜ਼ਿਟੇਸ਼ਨ ਰਿਲੇਟਡ ਕਿ ਤੁਸੀਂ ਘਬਰਾ ਗਏ ਹੋ, ਤੁਹਾਨੂੰ ਪਤਾ ਨਹੀਂ, ਉਹ ਉਹਨਾਂ ਨੂੰ ਸਮਝ ਆ ਜਾਂਦਾ ਹੈ ਕਿ ਇਹ ਕੰਟੈਂਟ ਰਿਲੇਟਡ ਨਹੀਂ ਹੈ, ਇਹ ਘਬਰਾਹਟ ਵਾਲਾ ਪੌਜ਼ ਹੈ, ਉਹ ਤੁਹਾਡਾ ਲੋਅਰ ਕਰਦਾ ਹੈ ਸਕੋਰ। ਓਕੇ। ਤੇ ਕਨਵਰਸੇਸ਼ਨ ਨੂੰ ਨੈਚੁਰਲ ਪੌਜ਼ਸ ਹਟਾਣੇ ਵਿੱਚ ਜਿਹੜੇ ਅਸੀਂ એનર્ਜੀ ਲਗਾਉਂਦੇ ਆ, ਉਹ ਲਗਾਉਣ ਦੀ ਲੋੜ ਨਹੀਂ ਹੈਗੀ। ਓਕੇ, ਠੀਕ ਹੈ, ਪਹਿਲੀ ਗੱਲ। ਦੂਜੀ ਗੱਲ ਹੈਗੀ ਹੈ ਕਿ ਤੁਸੀਂ ਟੈਸਟ ਕੀਤੇ ਜਾਂਦੇ ਹੋ ਫਲੂਐਂਸੀ ਐਂਡ ਕੋਹੈਰੈਂਸ ਤੇ, ਪ੍ਰੋਨੰਸੀਏਸ਼ਨ, ਵੋਕੈਬੂਲਰੀ ਐਂਡ ਗ੍ਰਾਮਰ ਜੀ। ਫਲੂਐਂਸੀ ਤੁਹਾਡੀ ਕੰਪਰੋਮਾਈਜ਼ ਹੋ ਜਾਏਗੀ ਜੇ ਤੁਸੀਂ ਡਰ ਗਏ ਹੋ। ਹੁਣ ਜਿਹੜਾ ਮੰਮੀ ਪਾਪਾ ਕੀ ਕਹਿਣਗੇ, ਦੋਸਤ ਕੀ ਕਹਿਣਗੇ, ਐਗਜ਼ਾਮ ਬੜਾ ਮਹਿੰਗਾ ਹੈ, ਕਲੀਅਰ ਕਰਨਾ ਜ਼ਰੂਰੀ ਹੈ, ਇਹ ਸਾਰੀਆਂ ਗੱਲਾਂ ਜੇ ਲੈ ਕੇ ਅਸੀਂ ਸਪੀਕਿੰਗ ਟੈਸਟ ਦੇ ਅੰਦਰ ਜਾਵਾਂਗੇ ਤੇ ਅਸੀਂ ਘਬਰਾ ਜਾਵਾਂਗੇ। ਤੁਹਾਨੂੰ ਇਹ ਸਭ ਗੱਲਾਂ ਨੂੰ ਸਾਈਡ ਤੇ ਰੱਖ ਕੇ ਕਨਸੈਂਟਰੇਟ ਕਰਨਾ ਹੈ ਆਪਣੇ ਐਗਜ਼ਾਮ ਦੇ ਉੱਪਰ। ਫਲੂਐਂਸੀ ਤੁਹਾਡੀ ਕੰਪਰੋਮਾਈਜ਼ ਘਬਰਾਹਟ ਕਰਕੇ ਨਹੀਂ ਹੋਣੀ ਚਾਹੀਦੀ। ਤੇ ਜਿਹੜਾ ਕੋਹੈਰੈਂਸ ਹੈ, ਉਹਦਾ ਕੀ ਮਤਲਬ ਹੁੰਦਾ? ਕੋਹੈਰੈਂਸ ਹੁੰਦਾ ਹੈ ਕਿ ਤੁਹਾਡਾ ਲੌਜੀਕਲ ਇੱਕ ਫਲੋ ਹੋਣਾ ਚਾਹੀਦਾ ਆਨਸਰ ਦਾ। ਤੁਸੀਂ ਜਦੋਂ ਪ੍ਰੈਕਟਿਸ ਕਰ ਰਹੇ ਹੋ ਸਪੀਕਿੰਗ ਦੀ, ਤੁਸੀਂ ਪ੍ਰੈਕਟਿਸ ਕਰਨੀ ਹੈ ਕਿ ਆਪਣੇ ਥਾਟਸ ਨੂੰ ਲੌਜੀਕਲੀ ਅਰੇਂਜ ਕਰਨਾ ਹੈ। ਹੁਣ ਜਿੱਦਾਂ ਤੁਸੀਂ ਕਿਹਾ, ਤੁਹਾਨੂੰ ਕਿਸੇ ਨੇ ਪੁੱਛਿਆ ਤੁਸੀਂ ਸਵੇਰੇ ਉੱਠ ਕੇ ਕੀ ਕੀਤਾ, ਤੁਸੀਂ ਸ਼ੁਰੂ ਕੀਤਾ ਕਿ ਮੈਂ ਉੱਠ ਗਈ ਸਵੇਰੇ, ਫਿਰ ਉਸ ਤੋਂ ਬਾਅਦ ਮੈਂ ਕਮਰੇ ਤੋਂ ਬਾਹਰ ਜਾ ਕੇ ਆਪਣਾ ਨਾਸ਼ਤਾ ਬਣਾਇਆ, ਫਿਰ ਮੈਂ ਆਪਣੇ ਕੱਪੜੇ ਪ੍ਰੈਸ ਕੀਤੇ, ਮੈਂ ਤਿਆਰ ਹੋਈ, ਪਰ ਜਦੋਂ ਮੈਂ ਉੱਠੀ ਸੀ ਨਾ ਸਵੇਰੇ, ਉਦੋਂ ਮੇਰੇ ਇੱਥੇ ਬੈੱਡ ਦੇ ਥੱਲੇ ਕੁਝ ਪਿਆ ਸੀਗਾ, ਫਿਰ ਮੈਂ ਉੱਥੇ ਚਲੀ ਗਈ। ਪਰ ਜਦੋਂ ਮੈਂ ਉਹ ਕੀਤਾ ਸੀ, ਲੌਜੀਕਲ ਫਲੋ ਬ੍ਰੇਕ ਹੋ ਗਿਆ ਨਾ। ਤੇ ਤੁਹਾਨੂੰ ਆਪਣੇ ਥਾਟਸ ਨੂੰ ਲੌਜੀਕਲੀ ਆਰਗੇਨਾਈਜ਼ ਕਰਨਾ। ਤੁਸੀਂ ਸੋਚੋ ਇਹੋ ਜਿਹੀ ਗੱਲ ਤੁਸੀਂ ਮੈਨੂੰ ਸੁਣਾਓਗੇ, ਮੈਨੂੰ ਕੁਝ ਨਹੀਂ ਸਮਝ ਆਏਗਾ। ਰਾਦਰ ਦੈਨ ਤੁਸੀਂ ਸ਼ੁਰੂ ਤੋਂ ਸ਼ੁਰੂ ਕਰਕੇ ਐਂਡ ਵਿੱਚ ਇੱਕੋ ਲੌਜੀਕਲ ਸੀਕੁਐਂਸ ਨਾਲ ਜਾਓਗੇ, ਮੈਨੂੰ ਤੁਹਾਡੀ ਗੱਲ ਜਲਦੀ ਸਮਝ ਆਏਗੀ। ਇੱਕ ਚੀਜ਼ ਹੋਰ ਹੈ, ਹੁਣ ਕਈ ਲੋਕਾਂ ਨੂੰ ਪੁੱਛਦੇ ਆ ਨਾ ਕਿ ਤੁਸੀਂ ਅੱਜ ਸਵੇਰੇ ਕੀ ਕੀਤਾ, ਜਿੱਦਾਂ ਆਪਾਂ ਇੱਕ ਐਗਜ਼ਾਮਪਲ ਲੈ ਲਈ, ਔਰ ਫਿਰ
ਹੁਣ ਬਹੁਤ ਸਾਰੇ ਲੋਕਾਂ ਨੇ ਇੱਕੋ ਹੀ ਚੀਜ਼ਾਂ ਰੱਟੀਆਂ ਹੁੰਦੀਆਂ, ਮੈਂ ਉੱਠੀ, ਮੈਂ ਵਾਕ ਕੀਤਾ, ਮੈਂ ਬਾਹਰ ਗਈ। ਉਹ ਜਿਹਦਾ ਪੇਪਰ ਆ ਉਹਦਾ ਵਾਕ ਕਰਨ ਦਾ ਵੇਲ ਕਿੱਥੋਂ ਹੈ? ਸਾਨੂੰ ਕੁਝ ਲੌਜਿਕ ਚੀਜ਼ਾਂ ਵੀ ਤਾਂ ਦੱਸਣੀਆਂ ਚਾਹੀਦੀਆਂ ਨਾ। ਮੈਂ ਉੱਠੀ, ਮੈਂ ਐਗਜ਼ਾਮ ਨੂੰ ਲੈ ਕੇ ਥੋੜੀ ਘਬਰਾਈ ਹੋਈ ਸੀ, ਮੈਂ ਆਪਣੇ ਆਪ ਨੂੰ ਥੋੜਾ ਕਾਮ ਡਾਊਨ ਕੀਤਾ, ਫਿਰ ਮੈਂ ਬੱਸ ਪਕੜੀ। ਮੈਂ ਹਮੇਸ਼ਾ ਵਾਕ ਕਰਦੀ ਹਾਂ, ਅੱਜ ਮੈਂ ਵਾਕ ਹੀ ਨਹੀਂ ਕੀਤੀ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਆ, ਇਹਦੇ ਤੇ ਹੀ ਮੈਨੂੰ ਇੱਕ ਹੋਰ ਗੱਲ ਧਿਆਨ ਆਈ ਹੈ, ਜਿਹੜੀ ਮੈਂ ਬਾਅਦ ਚੋਂ ਕਹਿਣੀ ਸੀ, ਮੈਂ ਹੁਣ ਤੁਸੀਂ ਗੱਲ ਕੀਤੀ ਹੈ ਤੇ ਮੈਂ ਪਹਿਲਾਂ ਕਰਨੀ ਹੈ। ਦੇਖੋ, ਬਹੁਤ ਸਾਰੇ ਬੱਚੇ ਨਾ ਆਨਸਰ ਰੱਟ ਕੇ ਜਾਂਦੇ ਆ, ਉਹ ਆਪਣੇ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਕਰਦੇ ਆ। ਉਹ ਕੀ ਪ੍ਰੋਬਲਮ ਹੁੰਦੀ ਹੈ? ਅਸੀਂ ਜਦੋਂ ਇੱਕ ਐਗਜ਼ਾਮ ਦੇਣ ਜਾਂਦੇ ਹਾਂ ਨਾ, ਸਾਡਾ ਕੰਮ ਹੈਗਾ ਐਗਜ਼ਾਮੀਨਰ ਦੇ ਪੁਆਇੰਟ ਆਫ ਵਿਊ ਤੋਂ ਸੋਚਣਾ ਕਿ ਐਗਜ਼ਾਮੀਨਰ ਸਾਡੇ ਤੋਂ ਕੀ ਚਾਹੁੰਦਾ ਹੈ। ਤੁਹਾਡੇ ਸਾਹਮਣੇ ਇੱਕ ਬੰਦਾ ਆਇਆ ਜਿਨਨੇ ਰੱਟੇ ਹੋਏ ਸੀ ਪਹਿਲੇ 3 ਆਨਸਰ, ਉਹਨੇ ਦੇ ਦਿੱਤੇ ਜੀ। ਕਿਤੋਂ ਨਾ ਕਿਤੇ ਕੋਈ ਪ੍ਰੈਕਟਿਸ ਕੀਤੀ ਹੋਈ ਸੀ ਕਿ ਇਹ ਮਿਲਦੇ ਜੁਲਦੇ ਸਵਾਲ ਮੈਨੂੰ ਪੁੱਛੇ ਜਾ ਸਕਦੇ। ਵੈਸੇ ਤੇ ਕਈ ਵਾਰ ਸੇਮ ਸਵਾਲ ਤੇ ਕਿਸੇ ਨੂੰ ਵੀ ਨਹੀਂ ਪੁੱਛੇ ਜਾਂਦੇ, ਫਿਰ ਵੀ ਉਹਨੇ ਰੱਟ ਕੇ ਇੰਟਰੋਡਕਸ਼ਨ ਬੋਲ ਦਿੱਤੀ, ਰੱਟ ਕੇ ਬੋਲ ਦਿੱਤਾ। ਹੁਣ ਐਗਜ਼ਾਮੀਨਰ ਨੂੰ ਉਹਦਾ ਫਲੋ ਪਤਾ ਹੈ, ਰੱਟੇ ਹੋਏ ਆਨਸਰ ਦਾ ਇੱਕ ਫਲੋ ਹੁੰਦਾ ਹੈ, ਸੋਚ ਕੇ ਬੋਲੇ ਆਨਸਰ ਦਾ ਫਲੋ ਅਲੱਗ ਹੁੰਦਾ ਹੈ। ਬਿਲਕੁਲ। ਜਿਹੜਾ ਪਾਰਟ 3 ਹੈ ਨਾ, ਉੱਥੇ ਉਹਨਾਂ ਨੇ ਤੁਹਾਨੂੰ ਐਬਸਟਰੈਕਟ ਕੁਐਸਚਨਸ ਪੁੱਛਣੇ ਹੈ, ਤੁਹਾਨੂੰ ਤੁਹਾਡੀ ਐਬਿਲਿਟੀ ਨੂੰ ਸਟ੍ਰੈਚ ਕਰਨਾ ਹੈ ਕਿ ਇਹ ਅਨਨੋਨ ਸਿਚੁਏਸ਼ਨ 'ਚ ਕਿਸ ਤਰ੍ਹਾਂ ਬੰਦਾ ਹੈਂਡਲ ਕਰਦਾ ਹੈਗਾ ਆਪਣੇ ਆਨਸਰਸ ਨੂੰ। ਯੂ ਹੈਵ ਕ੍ਰੀਏਟਡ ਅ ਪ੍ਰੋਬਲਮ ਫॉर योरसेल्फ। ਉਹ ਰੱਟੇ ਹੋਏ ਆਨਸਰ ਦੀ ਪੇਸ ਤੇ ਉਹ ਜਿੱਥੇ ਸੋਚ ਕੇ ਬੋਲਣਾ ਪੈ ਰਿਹਾ, ਉਹਦੇ ਕਿੰਨੇ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਐਗਜ਼ਾਮੀਨਰ ਨੂੰ ਸਾਫ਼ ਪਤਾ ਲੱਗ ਗਿਆ ਕਿ ਉਹ ਰੱਟਿਆ ਸੀ, ਇਹ ਨੈਚੁਰਲ ਐਬਿਲਿਟੀ ਹੈ। ਤੁਸੀਂ ਆਪ ਵੀ ਘਬਰਾ ਜਾਓਗੇ ਕਿ ਹੁਣ ਮੈਂ ਰੁਕ ਗਈ, ਪਹਿਲਾਂ ਤੇ ਮੈਂ ਬਹੁਤ ਤੇਜ਼ ਬੋਲ ਰਹੀ ਸੀ, ਹੁਣ ਮੈਨੂੰ ਸੋਚਣਾ ਪੈ ਰਿਹਾ, ਤੁਹਾਡਾ ਸਕੋਰ ਥੱਲੇ ਚਲਾ ਜਾਏਗਾ। ਤਾਂ ਰੱਟਾ ਹੋਇਆ ਆਨਸਰ ਜਿਹੜਾ ਹੈ ਉਹ ਤੁਹਾਡਾ ਸਕੋਰ ਥੱਲੇ ਲੈ ਕੇ ਜਾਂਦਾ ਹੈ ਰੈਦਰ ਦੈਨ ਉੱਪਰ ਲੈ ਕੇ ਜਾਣਾ, ਕਿਉਂਕਿ ਐਗਜ਼ਾਮੀਨਰ ਨੂੰ ਸਮਝ ਆ ਜਾਂਦਾ ਹੈ ਕਿ ਉਹ ਪਹਿਲਾਂ ਤੇ ਕਾਊਂਟ ਹੀ ਨਾ ਕਰੋ ਜੀ, ਉਹ ਤੇ ਰੱਟੇ ਹੋਏ ਆਨਸਰ ਸੀਗੇ, ਇੱਥੇ ਪੁੱਛੋ ਹੁਣ ਹੋਰ ਸਵਾਲ ਤਾਂ ਕਿ ਉਹ ਦੇਖਣ ਕਿ ਤੁਹਾਡੀ ਹੁਣ ਕੀ ਕੈਪੇਬਿਲਿਟੀ ਹੈਗੀ ਹੈ ਅਨਨੋਨ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ, ਤੇ ਉਹ ਡਿਫਰੈਂਸ ਉਹਨਾਂ ਨੂੰ ਸਾਫ਼ ਦਿਸ ਜਾਏਗਾ। ਤੇ ਉਹ ਤੁਹਾਡੇ ਅਗੇਂਸਟ ਚਲੀ ਜਾਂਦੀ ਹੈ ਗੱਲ, ਤੁਹਾਡਾ ਫਾਇਦਾ ਕਰਾਉਣ ਦੀ ਬਜਾਏ। ਮੈਨੂੰ ਨਾ ਕੋਈ ਪਰਸਨ ਮਿਲਿਆ, ਉਹਨਾਂ ਨੇ ਆਇਲਸ ਦਾ ਟੈਸਟ ਕਲੀਅਰ ਕੀਤਾ, ਔਰ ਉਹ ਜਿੱਦਣ ਉਹਨਾਂ ਦਾ ਐਗਜ਼ਾਮ ਸੀ ਨਾ, ਉਹ ਕਹਿੰਦੇ ਹਾਏ ਕੋਈ ਨਾ ਗੋਰਾ ਪੇਪਰ ਲੈਣ ਆ ਜਾਵੇ, ਸਾਊਥ ਇੰਡੀਅਨ ਡਰਾਉਂਦੇ ਬਹੁਤ ਆ। ਇਹ ਚੀਜ਼ਾਂ ਹੁੰਦੀਆਂ ਨਹੀਂ, ਐਸਾ ਕੁਝ ਨਹੀਂ ਹੈ। ਹੈਗੀ ਨਾ ਮਿੱਥ ਹੈਗੀ ਨਾ ਬੱਚਿਆਂ 'ਚ, ਹਾਏ ਮੇਰਾ ਪੇਪਰ ਉਹ ਲੈਣ ਆ ਜਾਵੇ ਸਪੀਕਿੰਗ ਦਾ। ਬਿਲਕੁਲ, ਐਕਚੁਅਲੀ ਬਹੁਤ ਸਾਰੀਆਂ ਮਿਥਸ ਹੁੰਦੀਆਂ ਹੈ। ਈਵਨ ਕੰਪਿਊਟਰ ਡਿਲੀਵਰਡ ਐਗਜ਼ਾਮ ਵਿੱਚ ਹੁੰਦਾ ਹੈ ਕਿ ਸੇਮ ਰੂਮ ਵਿੱਚ ਐਗਜ਼ਾਮੀਨਰ ਨੇ ਨਹੀਂ ਬੈਠੇ ਹੋਣਾ, ਐਗਜ਼ਾਮੀਨਰ ਕੌਣ ਹੋਏਗਾ। ਇਹ ਸਭ ਗੱਲਾਂ ਹੈਗੀਆਂ। ਦੇਖੋ, ਤੁਸੀਂ ਇੰਗਲਿਸ਼ ਬੋਲਣੀ ਹੈ, ਇੱਕ ਹਿਊਮਨ ਬੀਇੰਗ ਨਾਲ ਕਨਵਰਸੇਸ਼ਨ ਕਰਨੀ ਹੈ, ਇੱਕ ਸਟ੍ਰੇਂਜਰ ਨਾਲ। ਉਹ ਸਟ੍ਰੇਂਜਰ ਦੀ ਐਥਨਿਸਿਟੀ ਕੀ ਹੈ, ਉਹਦੀ ਨੈਸ਼ਨੈਲਿਟੀ ਕੀ ਹੈ, ਉਹ ਤੁਹਾਨੂੰ ਕੀ ਫਰਕ ਪੈਂਦਾ ਹੈ? ਕਿਉਂਕਿ ਤੁਸੀਂ ਤੇ ਲੈਂਗੁਏਜ, ਮੈਂ ਤੁਹਾਨੂੰ ਦੱਸ ਰਹੀ ਹਾਂ ਨਾ, ਕਨਸੈਂਟਰੇਟ ਕਰੋ ਆਪਣੇ ਐਗਜ਼ਾਮ ਦੇ ਉੱਪਰ ਕਿ ਮੈਨੂੰ ਕਿਸੇ ਨੇ ਸਵਾਲ ਪੁੱਛਿਆ, ਮੈਂ ਇੰਗਲਿਸ਼ ਵਿੱਚ ਉਹਦਾ ਜਵਾਬ ਦੇਣਾ। ਉਹਨੇ ਕੀ ਕਹਿਣਾ, ਉਹਨੇ ਕੀ ਸੋਚਣਾ ਹੈ, ਉਹਨਾਂ ਨੇ ਕੀ ਕਹਿਣਾ, ਇਹ ਸਭ ਛੱਡ ਕੇ ਜਾਣਾ ਪਏਗਾ। ਤੇ ਐਗਜ਼ਾਮ ਤੇ ਕੁਐਸਚਨ ਦੇ ਆਨਸਰ ਦੇਣ ਤੇ ਕਨਸੈਂਟਰੇਟ ਕਰੋਗੇ ਤਦ ਹੀ ਮਾਰਕਸ ਆ ਸਕਦੇ ਆ। ਤੇ ਸਪੀਕਿੰਗ ਦੇ ਨਾਲ ਜੁੜੀਆਂ ਕੁਝ ਹੋਰ ਗੱਲਾਂ ਹੈਗੀਆਂ? ਹਾਂਜੀ, ਜਿਹੜੀਆਂ ਮੈਂ ਚਾਹੁੰਦੀ ਹਾਂ ਕਿ ਕਈ ਵਾਰੀ ਨਾ ਮੈਨੂੰ ਤੁਸੀਂ ਤੁਹਾਡਾ ਰੋਜ਼ ਦਾ ਐਕਸਪੀਰੀਅੰਸ ਆ, ਕਿਉਂਕਿ ਮੈਂ ਤੁਹਾਨੂੰ ਉਹੀ ਪੁੱਛ ਸਕਦੀ ਹਾਂ ਜੋ ਮੈਂ ਆਪਣੇ ਆਸੇ-ਪਾਸੇ ਹੁੰਦੇ ਦੇਖਿਆ। ਤੁਹਾਡੇ ਕੋਲ ਬਹੁਤ ਸਾਰੇ ਬੱਚੇ ਮਤਲਬ ਕਿ ਇੰਗਲਿਸ਼ ਸਿੱਖਦੇ ਵੀ ਆ, ਹੌਲੀ-ਹੌਲੀ ਤੁਸੀਂ ਆਇਲਸ ਕਰਾਉਣੀ ਵੀ ਸ਼ੁਰੂ ਕਰ ਦੇਣੀ ਹੈ ਨਾ, ਤੁਸੀਂ ਕਾਲਜਿਸ ਦੇ ਜਾ ਕੇ ਵਿੱਚ ਵੀ ਕਰਦੇ ਆ। ਹੋਰ ਵੀ ਕਈ ਹੈਗੇ ਵਹਿਮ ਭਰਮ ਜਾਂ ਡਰ ਜੁੜੇ ਹੋਏ ਸਪੀਕਿੰਗ ਦੇ ਨਾਲ, ਜਾਂ ਟਿਪਸ? ਜ਼ਰੂਰ। ਇੱਕ ਬਹੁਤ ਵੱਡਾ ਵਹਿਮ ਹੈ ਜਿਹਨੂੰ ਅਸੀਂ ਕੱਟ ਕਰਨਾ ਬਹੁਤ ਜ਼ਰੂਰੀ ਹੈਗਾ ਜੀ। ਉਹ ਹੈਗਾ ਲੈਂਗੁਏਜ ਦੇ ਰਿਲੇਸ਼ਨ 'ਚ। ਮੈਂ ਤੁਹਾਨੂੰ ਦੱਸਿਆ ਕਿ ਵੋਕੈਬਲਰੀ ਦੇ ਤੁਹਾਡੇ ਮਾਰਕਸ ਹੁੰਦੇ, 25% ਮਾਰਕਸ ਤੁਹਾਡੇ ਵੋਕੈਬਲਰੀ ਦੇ ਹੋਣਗੇ ਜਦੋਂ ਤੁਸੀਂ ਸਪੀਕਿੰਗ ਦੇਣ ਜਾ ਰਹੇ ਹੋ। ਹੁਣ ਵੋਕੈਬਲਰੀ ਤੁਹਾਡੀ ਜਿਹੜੀ ਤੁਹਾਡੀ ਕਨਵਰਸੇਸ਼ਨ ਹੈ ਨਾ, ਜਿਹੜੀ ਤੁਸੀਂ ਐਗਜ਼ਾਮੀਨਰ ਨਾਲ ਕਰ ਰਹੇ ਹੋ, ਮੈਂ ਤੁਹਾਨੂੰ 2 ਗੱਲਾਂ ਕਵਾਂਗੀ। ਉਹਦੇ 'ਚ ਤੁਹਾਡੀ ਕਨਵਰਸੇਸ਼ਨਲ ਫਾਰਮਲ ਲੈਂਗੁਏਜ ਤੁਸੀਂ ਯੂਜ਼ ਕਰਨੀ ਹੈ। ਉਹਦਾ ਕੀ ਮਤਲਬ ਹੈ? ਹੁਣ ਜਿੱਦਾਂ ਤੁਸੀਂ ਇੱਕ ਰਿਟਨ ਐਗਜ਼ਾਮ ਦੇ ਰਹੇ ਹੋ ਫਾਰਮਲ, ਹੈ ਨਾ, ਉਹਦੇ 'ਚ ਤੁਸੀਂ ਵਰਡਸ ਲਿਖੋਗੇ ਜਿੱਦਾਂ ਇਨ ਕਨਕਲੂਜਨ, ਫਰਦਰ ਮੋਰ, ਵਿਦ ਰੈਫਰੈਂਸ ਟੂ। ਇਹਨਾਂ ਨੂੰ ਅਸੀਂ ਨਾ ਕੋਹੀਸਿਵ ਡਿਵਾਈਸਿਸ ਕਹੀਦਾ, ਸਾਈਨ ਪੋਸਟਿੰਗ, ਕਿ ਇਹਨਾਂ ਨਾਲ ਰੀਡਰ ਨੂੰ ਪਤਾ ਲੱਗ ਜਾਂਦਾ ਹੁਣ ਅਸੀਂ ਕੀ ਦੱਸਣ ਲੱਗੇ ਹਾਂ, ਹੁਣ ਗੱਲ ਕਿੱਥੇ ਜਾ ਰਹੀ ਹੈ, ਹੁਣ ਇਹਦੇ ਬਾਰੇ ਮੈਂ ਕੁਝ ਹੋਰ ਦੱਸਣ ਲੱਗੀ ਹਾਂ ਜਾਂ ਮੈਨੂੰ ਕੱਟ ਕਰਨ ਲੱਗੀ ਹਾਂ। ਤੇ ਇਹ ਚੀਜ਼ਾਂ ਤੁਸੀਂ ਨੋਰਮਲ ਕਨਵਰਸੇਸ਼ਨ 'ਚ ਯੂਜ਼ ਨਹੀਂ ਕਰਦੇ। ਇਹ ਜਿਹੜੇ ਬਹੁਤ ਇੱਕ ਵੱਡਾ ਮਿਥ ਹੈ ਬੱਚਿਆਂ 'ਚ ਕਿ ਫਾਰਮਲ ਲੈਂਗੁਏਜ ਹੈਗੀ ਹੈ ਤੇ ਰਿਟਨ ਤੇ ਕਨਵਰਸੇਸ਼ਨਲ 'ਚ ਡਿਫਰੈਂਸ ਉਹਨਾਂ ਨੂੰ ਨਹੀਂ ਪਤਾ ਲੱਗਦਾ। ਹੁਣ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਵਿਦ ਰੈਫਰੈਂਸ ਟੂ, ਫਰਦਰ ਮੋਰ, ਆਈ ਵਾਂਟ ਟੂ ਟੈਲ ਯੂ ਦਿਸ ਇਜ਼ ਆਲਸੋ ਅ ਪ੍ਰੋਬਲਮ, ਇਹਦੀ ਬਜਾਏ ਜੇ ਮੈਂ ਕਹਾਂ ਦਿਸ ਇਜ਼ ਅਨਦਰ ਪਾਰਟ ਆਫ ਦ ਪ੍ਰੋਬਲਮ, ਦਿਸ ਇਜ਼ ਆਲਸੋ ਅ ਪ੍ਰੋਬਲਮ, ਉਹ ਬੈਟਰ ਹੈ, ਜਾਂ ਫਰਦਰ ਮੋਰ ਦਿਸ ਇਜ਼ ਅ ਪ੍ਰੋਬਲਮ ਬੈਟਰ ਹੈ। ਹੈ ਨਾ, ਆਬਵੀਅਸਲੀ ਫਰਦਰ ਮੋਰ ਗਲਤ ਨਹੀਂ ਹੈ, ਕਿਉਂਕਿ ਉਹ ਤੁਸੀਂ ਰੋਬੋਟਿਕ ਨਹੀਂ ਹੈਗਾ, ਤੁਸੀਂ ਲਿਖ ਨਹੀਂ ਰਹੇ ਹੋ, ਤੁਸੀਂ ਕਨਵਰਸੇਸ਼ਨ ਕਰ ਰਹੇ ਹੋ। ਇੱਕ ਚੀਜ਼ ਮੈਂ ਹੋਰ ਦੇਖੀ ਆ,
ਜਿੱਦਾਂ ਆਪਾਂ ਨਾਰਮਲ ਬੋਲਦੇ ਆ, ਮੈਂ ਤੁਹਾਨੂੰ ਕਿਹਾ ਕਿ ਅਨੂ ਕਿਰਨ ਜੀ ਤੁਹਾਡਾ ਪ੍ਰੋਗਰਾਮ 'ਚ ਸਵਾਗਤ ਆ, ਹਨਾ, ਮੈਂ ਤਾਂ ਨਹੀਂ ਕਿਹਾ ਅਨੂ ਕਿਰਨ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ, ਤੁਸੀਂ ਆ ਕਰ ਰਹੇ ਹੋ। ਉਹ ਜਦੋਂ ਆਪਾਂ ਬੋਲਦੇ ਆ ਸਾਡੀ ਵਰਡਿੰਗਸ ਦੇ ਵਿੱਚ ਇਦਾਂ ਹੁੰਦਾ ਜਿੱਦਾਂ ਅਸੀਂ ਲੈਸਨ ਪੜ੍ਹ ਰਹੇ ਹਾਂ। ਇਹ ਵੀ ਹੁੰਦਾ? ਬਿਲਕੁਲ, ਇਹ ਵੀ ਹੁੰਦਾ। ਵੌਇਸ ਮੋਡੂਲੇਸ਼ਨ ਤੁਹਾਡੀ ਜਿਹੜੀ ਫਲੂਐਂਸੀ ਐਂਡ ਕੋਹੈਰੈਂਸ ਹੈ ਉਹ 25% ਮਾਰਕਸ ਉਹਦੇ ਹੈਗੇ ਕਿ ਤੁਹਾਡੀ ਜਿਹੜੀ ਨਾਲ ਪ੍ਰੋਨੰਸੀਏਸ਼ਨ ਹੈ ਨਾ, ਅਸੀਂ ਹਾਈ ਲੈਵਲ ਪ੍ਰੋਨੰਸੀਏਸ਼ਨ ਸਿਖਾਉਂਦੇ ਆ ਆਪਣੇ ਸਟੂਡੈਂਟਸ ਨੂੰ। ਮੈਂ ਕਾਲਜਸ ਵਿੱਚ ਵੀ ਆਇਲਸ ਦੀ ਟ੍ਰੇਨਿੰਗ ਦਿੰਦੀ ਸੀ ਬੱਚਿਆਂ ਨੂੰ ਜੀ, ਤੇ ਅਸੀਂ ਵੌਇਸ ਮੋਡੂਲੇਸ਼ਨ ਸਿਖਾਉਂਦੇ ਆ, ਇੰਟੋਨੇਸ਼ਨ ਸਿਖਾਉਂਦੇ ਆ, ਸਟ੍ਰੈਸ ਸਿਖਾਉਂਦੇ ਆ ਕਿ ਕਿਹੜੇ ਵਰਡਸ ਤੇ ਸਟ੍ਰੈਸ ਆਉਂਦਾ ਹੈ ਕਿਹੜੇ ਤੇ ਨਹੀਂ। ਇਹ ਐਗਜ਼ਾਮੀਨਰ ਨੂੰ ਪਤਾ ਹੈ ਤੁਹਾਡੇ, ਤੁਹਾਨੂੰ ਚਾਹੇ ਨਹੀਂ ਪਤਾ ਐਜ਼ ਅ ਸਟੂਡੈਂਟ, ਉਹਨਾਂ ਨੇ ਦੇਖ ਲੈਣਾ ਕਿ ਤੁਹਾਡੀ ਵੌਇਸ ਉੱਪਰ ਥੱਲੇ ਜਾ ਰਹੀ ਹੈ ਨੈਚੁਰਲ ਪੇਸ ਵਿੱਚ, ਤੁਹਾਡਾ ਸਟ੍ਰੈਸ ਸਹੀ ਵਰਡਸ ਤੇ ਆ ਰਿਹਾ ਕਿ ਨਹੀਂ ਆ ਰਿਹਾ, ਤੁਹਾਡੀ ਇੰਟੋਨੇਸ਼ਨ ਸਹੀ ਹੈ ਕਿ ਨਹੀਂ ਹੈ। ਤੇ ਤੁਸੀਂ ਜੇ ਇੱਕੋ ਲੈਅ 'ਚ ਰੋਬੋਟਿਕ ਵੇ ਨਾਲ ਬੋਲ ਰਹੇ ਹੋ, ਤੁਹਾਡੀ ਫੀਲਿੰਗਸ ਨਹੀਂ ਆ ਰਹੀਆਂ ਉਹਦੇ ਅੰਦਰ ਕਨਵਰਸੇਸ਼ਨ 'ਚ, ਉਹਦੇ ਮਾਰਕਸ ਕੱਟ ਗਏ। ਬਾਅਦ 'ਚੋਂ ਅਸੀਂ ਕਹਿ ਦਈਏ ਕਿ ਜੀ ਐਗਜ਼ਾਮੀਨਰ ਦਾ ਮੂਡ ਖਰਾਬ ਸੀ, ਮੇਰੇ ਨੰਬਰ ਨਹੀਂ ਆਏ। that is not the answer। ਸਾਨੂੰ ਸਮਝਣਾ ਪਏਗਾ ਐਗਜ਼ਾਮੀਨਰ ਦੇ ਪੁਆਇੰਟ ਆਫ ਵਿਊ ਤੋਂ ਤੇ ਉਹ ਤੁਹਾਨੂੰ ਕੀ ਚੈੱਕ ਕਰ ਰਹੇ ਨੇ। ਤੇ ਤੁਹਾਡੀ ਵੌਇਸ ਮੋਡੂਲੇਸ਼ਨ ਆਣੀ ਚਾਹੀਦੀ ਹੈ ਤੇ ਕਨਵਰਸੇਸ਼ਨਲ ਲੈਂਗੁਏਜ। ਮੈਂ ਵਾਪਸ ਆਵਾਂਗੀ ਕਿ ਤੁਸੀਂ ਫਾਰਮਲ ਰਾਈਟਿੰਗ ਵਾਲੀ ਲੈਂਗੁਏਜ ਨਹੀਂ ਯੂਜ਼ ਕਰ ਸਕਦੇ, ਕਨਵਰਸੇਸ਼ਨਲ ਯੂਜ਼ ਕਰਨੀ ਹੈ। ਸਾਨੂੰ ਨਾ ਮੈਨੂੰ ਲੱਗਦਾ ਹੈ ਕਿ ਸਾਨੂੰ ਐਗਜ਼ਾਮੀਨਰ ਦਾ ਵੀ ਦਿਮਾਗ ਪੜ੍ਹਨਾ ਪਏਗਾ ਕਿ ਸਾਹਮਣੇ ਵਾਲਾ ਐਗਜ਼ਾਮੀਨਰ ਸਾਡੇ ਤੋਂ ਕੀ ਕਢਾਉਣਾ ਚਾਹੁੰਦਾ। ਸਾਡੀ ਮਾਈਂਡ ਰੀਡਿੰਗ ਫਾਸਟ ਹੋਣੀ ਚਾਹੀਦੀ ਹੈ। ਬਿਲਕੁਲ। ਨਾਲ ਸਾਨੂੰ ਜਦੋਂ ਅਸੀਂ ਆਪਣੀ ਟ੍ਰੇਨਿੰਗਸ ਦਿੰਦੇ ਆ ਨਾ, ਜਦੋਂ ਮੈਂ ਕਾਲਜਸ ਵਿੱਚ ਟ੍ਰੇਨ ਕਰਦੀ ਸੀ, ਅਸੀਂ ਇੱਕ ਪਹਿਲਾਂ ਮੈਂ ਦੱਸਦੇ ਹਾਂ ਅਸੀਂ ਕਿ ਐਗਜ਼ਾਮੀਨਰ ਦਾ ਪੁਆਇੰਟ ਆਫ ਵਿਊ ਕੀ ਹੈਗਾ, ਤੁਹਾਨੂੰ ਕਿਹਦੇ ਤੇ ਟੈਸਟ ਕੀਤਾ ਜਾ ਰਿਹਾ, ਤਾਂ ਕਿ ਤੁਸੀਂ ਉਸ ਹਿਸਾਬ ਨਾਲ ਤੁਹਾਨੂੰ ਆਨਸਰ ਦਿਓ। ਹਾਂ, ਤੇ ਜਿੱਦਾਂ ਇੱਕ ਹੈਗਾ। ਦੂਜੀ ਗੱਲ ਮੈਂ ਤੁਹਾਨੂੰ ਕਹੀ ਫਾਰਮਲ ਲੈਂਗੁਏਜ ਹੋਣੀ ਚਾਹੀਦੀ ਹੈ। ਹੁਣ ਫਾਰਮਲ ਦਾ ਇਹ ਮਤਲਬ ਮੈਂ ਤੁਹਾਨੂੰ ਦੱਸਦਾ ਕਿ ਰਿਟਨ ਲੈਂਗੁਏਜ ਤੇ ਨਹੀਂ ਹੋਣੀ ਚਾਹੀਦੀ, ਪਰ ਕਲਿਪਡ ਵਰਡਸ, ਸ਼ਾਰਟ ਵਰਡਸ ਨਹੀਂ ਹੋਣੇ ਚਾਹੀਦੇ। ਜਿੱਦਾਂ ਤੁਹਾਨੂੰ ਮੈਂ ਕਿਸੇ ਨੇ ਸਵਾਲ ਪੁੱਛਿਆ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਅੱਜਕੱਲ ਟੀਨੇਜਰਸ ਬਹੁਤ ਟਾਈਮ ਸਪੈਂਡ ਕਰ ਰਹੇ, ਤੁਹਾਡਾ ਜਵਾਬ ਹੋਏਗਾ ਜੇ ਤੁਹਾਡਾ ਜਵਾਬ ਹੈ ਯੈਸ ਜਾਂ ਯੈਸ ਆਈ ਥਿੰਕ ਸੋ ਜਾਂ ਯੈਸ ਆਈ ਥਿੰਕ ਦੇ ਡੂ। ਇਹ ਕਨਵਰਸੇਸ਼ਨਲ ਹੈ ਪਰ ਇਨਫਾਰਮਲ ਹੈ। ਤੁਹਾਡੇ ਫਾਰਮਲ ਸਟਾਈਲ ਵਿੱਚ ਸੈਂਟੈਂਸ ਤੇ ਕੰਪਲੀਟ ਹੋਣੇ ਚਾਹੀਦੇ ਹੈ ਨਾ, ਸ਼ਾਰਟ ਸੈਂਟੈਂਸਸ ਨਹੀਂ ਤੁਸੀਂ ਯੂਜ਼ ਕਰ ਸਕਦੇ। ਯੈਸ ਆਈ ਥਿੰਕ ਦ ਟੀਨੇਜਰਸ ਸਪੈਂਡ ਅ ਲੋਟ ਆਫ ਟਾਈਮ ਔਨ ਸੋਸ਼ਲ ਮੀਡੀਆ ਥੀਸ ਡੇਜ਼, ਫਿਰ ਉਹਨੂੰ ਇਲੈਬੋਰੇਟ ਕਰੋ। ਇਹ ਸ਼ਾਰਟ ਕਲਿਪਡ ਸੈਂਟੈਂਸਸ ਨਹੀਂ ਤੁਸੀਂ ਬੋਲ ਸਕਦੇ। ਤੇ ਫਾਰਮਲ ਕਨਵਰਸੇਸ਼ਨਲ ਦੋਨੋਂ ਦਾ ਮਿਕਸਚਰ, ਪਰ ਰਿਟਨ ਤੇ ਕਨਵਰਸੇਸ਼ਨਲ ਵਿੱਚ ਡਿਫਰੈਂਸ ਤੁਹਾਨੂੰ ਆਉਣਾ ਚਾਹੀਦਾ। ਬਿਲਕੁਲ, ਇਹ ਟੈਕਨੀਕ ਹੈ। ਹੁਣ ਇੱਕ ਹੋਰ ਸਵਾਲ ਕਿ ਜੇ ਮੇਰੀ ਡਰੈਸ ਸੋਹਣੀ ਨਾ ਹੋਈ ਤੇ ਇੰਪ੍ਰੈਸ਼ਨ ਮੇਰਾ ਮਾੜਾ ਜਾਏਗਾ ਸਪੀਕਿੰਗ ਦੇ ਟੈਸਟ ਦੇ ਵਿੱਚ ਆਇਲਸ ਦੇ ਦੌਰਾਨ, ਹੈ? ਬਿਲਕੁਲ ਨਹੀਂ ਹੈ। ਮੈਂ ਤੁਹਾਨੂੰ ਦੱਸਣੀ ਆ। ਦੇਖੋ, ਤੁਹਾਡਾ ਮੈਂ ਅਗਰ ਕਿਸੇ ਨੂੰ 5 ਟਿਪ ਦੇਵਾਂ ਨਾ ਕਿ ਤੁਸੀਂ ਜਾ ਕੇ ਸਪੀਕਿੰਗ ਟੈਸਟ ਕਿਸ ਤਰ੍ਹਾਂ ਦੇਣਾ ਹੈ ਕੌਨਫੀਡੈਂਟਲੀ, ਮੈਂ ਤੁਹਾਨੂੰ ਕਹਾਂਗੀ ਸਾਫ਼, ਡੀਸੈਂਟ, ਕੰਫਰਟੇਬਲ ਫਾਰਮਲ ਕੱਪੜੇ ਪਾਓ। ਟੀ-ਸ਼ਰਟ ਤੇ ਬਿਲਕੁਲ ਹੀ ਉਹ ਜਿੱਦਾਂ ਰਗਡ ਜੀਨਸ ਵਿੱਚ ਨਾ ਜਾਓ, ਤੇ ਪਰਫਿਊਮ ਲਗਾਓ, ਅੱਛੀ ਤਰ੍ਹਾਂ ਬਰਸ਼ ਕਰੋ, ਤਿਆਰ ਹੋ ਕੇ ਸੋਹਣੇ ਵਾਲ ਬਣਾ ਕੇ ਜਾਓ। ਕਿਉਂ? ਆਪਣੇ ਕੌਨਫੀਡੈਂਸ ਲਈ, ਐਗਜ਼ਾਮੀਨਰ ਲਈ ਨਹੀਂ। ਵੈਨ ਯੂ ਆਰ ਵੈਲ ਡਰੈਸਡ, ਤੁਹਾਡਾ ਕੌਨਫੀਡੈਂਸ ਆ ਪਾਉਂਦਾ ਹੈ, ਤੁਹਾਡੀ ਖੁਸ਼ਬੂ ਤੁਹਾਡੀ ਅੱਛੀ ਆ ਰਹੀ ਹੈ, ਤੁਸੀਂ ਪਰਫਿਊਮ ਲਗਾਈ, ਤੁਹਾਡਾ ਕੌਨਫੀਡੈਂਸ। ਅਸੀਂ ਸਿਖਾਉਂਦੇ ਹਾਂ ਜਦੋਂ ਅਸੀਂ ਕਾਰਪੋਰੇਟ ਟ੍ਰੇਨਿੰਗਸ ਦਿੰਦੇ ਹਾਂ ਕਿ ਪਰਫਿਊਮ ਲਗਾਈ ਹੈ ਨਾ, ਜਿਹੜੀ ਖੁਸ਼ਬੂ ਅੱਛੀ ਆ ਰਹੀ ਹੈ, ਬਰਸ਼ ਅੱਛਾ ਕੀਤਾ, ਕੱਪੜੇ ਪ੍ਰੈਸ ਕਰਕੇ ਪਾਏ ਹੈ, ਕੌਨਫੀਡੈਂਸ ਤੁਹਾਡਾ ਇੰਟਰਵਿਊ 'ਚ ਡਿਫਰੈਂਟ ਹੋਏਗਾ। ਆਪਣੇ ਲਈ ਤਿਆਰ ਠੀਕ ਹੋ ਕੇ ਜਾਣਾ। ਸਿਰਫ ਇਹ ਹੈਗਾ ਕਿ ਕੋਈ ਬਾਜ਼ਾਰ ਕੱਪੜੇ ਤੁਸੀਂ ਜੇ ਪਾ ਕੇ ਜਾ ਰਹੇ ਹੋ, ਉਹ ਮਤਲਬ ਸੈਟਿੰਗ ਵਿੱਚ ਜਿੱਦਾਂ ਤੁਸੀਂ ਕਿਸੇ ਇੰਟਰਵਿਊ ਜਾਂਦੇ ਤੁਸੀਂ ਨੈਚੁਰਲੀ ਉਹ ਨਹੀਂ ਕਰੋਗੇ, ਹੈ ਨਾ। ਹੁਣ ਤੁਸੀਂ ਪਾਰਟੀ ਵਾਲੇ ਕੱਪੜੇ ਥੋੜੀ ਪਾ ਕੇ ਚਲੇ ਜਾਓਗੇ, ਕੋਈ ਕਾਕਟੇਲ ਡਰੈਸ ਤੇ ਤੁਸੀਂ ਪਾ ਕੇ ਜਾਣ ਨਹੀਂ ਲੱਗੇ। ਲੇਕਿਨ ਜਿਹੜੇ ਕੱਪੜੇ ਹੈਗੇ ਉਹ ਤੁਹਾਡੇ ਵਾਸਤੇ ਫਾਰਮਲ ਡਰੈਸਿੰਗ ਇਜ਼ ਇਨਫ। ਉਹਨਾਂ ਹੈਗਾ ਕਿ ਤੁਸੀਂ ਫਾਰਮਲ ਥੋੜੇ ਜਿਹੇ ਕੱਪੜੇ ਪਾ ਕੇ ਜਾਓ ਜਿੱਦਾਂ ਇੰਟਰਵਿਊ ਲਈ ਜਾਓਗੇ, ਜੌਬ ਇੰਟਰਵਿਊ ਲਈ। ਬਟ ਜਿਹੜਾ ਬਾਕੀ ਦੀਆਂ ਚੀਜ਼ਾਂ ਉਹ ਤੁਹਾਡੇ ਕੌਨਫੀਡੈਂਸ ਲਈ ਹੈ, ਐਗਜ਼ਾਮੀਨਰ ਲਈ ਨਹੀਂ ਹੈ। ਬਿਲਕੁਲ, ਸਪੀਕਿੰਗ ਦੀਆਂ ਮੈਨੂੰ ਲੱਗਦਾ ਬਹੁਤ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ, ਜਿਹੜੀਆਂ ਮੈਂ ਜ਼ਿਆਦਾਤਰ ਮਿਥ ਤਾਂ ਕਲੀਅਰ ਕਰ ਰਹੀ ਹਾਂ ਕਿਉਂਕਿ ਕੀ ਹੋਣਾ ਚਾਹੀਦਾ ਇਹ ਤਾਂ ਸਾਰੇ ਬਹੁਤ ਕੁਝ ਸਿਖਾ ਰਹੇ ਆ। ਤੁਸੀਂ ਦੇਖ ਲਓ ਨਾ YouTube ਦੇ ਉੱਤੇ ਵੀ ਚੈਨਲਸ ਭਰੇ ਪਏ ਆ, ਆਇਲਸ ਇੱਦਾਂ ਕਰੋ, ਇੱਦਾਂ ਕਰੋ, ਪਰ ਮਿਥ ਕੋਈ ਕਲੀਅਰ ਬਹੁਤ ਘੱਟ ਲੋਕ ਆ ਜਿਹੜੇ ਮਿਥ ਕਲੀਅਰ ਕਰਦੇ ਕਿ ਇੱਦਾਂ ਨਹੀਂ ਹੁੰਦਾ, ਆਹ ਚੀਜ਼ ਇੱਦਾਂ ਨਹੀਂ, ਇਵੇਂ ਕਰਨੀ ਚਾਹੀਦੀ ਆ। ਹੁਣ ਆਉਂਦੇ ਆ ਲਿਸਨਿੰਗ ਦੇ ਉੱਤੇ, ਜਿਹਦੇ 'ਚ ਤੁਹਾਡੇ ਬਹੁਤ ਬੈਂਡ ਆਏ ਆ। ਠੀਕ ਹੈ, 9 ਮਤਲਬ ਕਿ ਮੈਨੂੰ ਲੱਗਦਾ 9 ਜਾਣਿਆਂ ਦੇ ਵਿੱਚੋਂ 3-4 ਜਾਣਿਆਂ ਦੇ 9 ਸ਼ਾਇਦ ਆਉਂਦੇ ਹੋਣਗੇ, ਚਲੋ ਆ ਵੀ ਸਕਦੇ। ਸੋ ਲਿਸਨਿੰਗ ਮੋਡਿਊਲ, ਮੈਂ ਟੀਵੀ ਦੇਖ ਰਹੀ ਹਾਂ, ਮੈਂ ਕਿਤਾਬਾਂ ਵੀ ਪੜ੍ਹ ਰਹੀ ਹਾਂ ਇੰਗਲਿਸ਼ ਦੀਆਂ, ਠੀਕ ਹੈ, ਪਰ ਜਦੋਂ ਮੈਂ ਇੰਗਲਿਸ਼ ਸੁਣ ਰਹੀ ਹਾਂ ਉਦੋਂ ਨਹੀਂ ਮੈਨੂੰ ਸਮਝ ਆ ਰਿਹਾ। ਇਹੀ ਹੈ ਐਕਚੁਅਲੀ, ਉਹ ਤੁਹਾਨੂੰ ਇਹ ਚੈੱਕ ਕਰਨਾ ਚਾਹੁੰਦੇ ਕਿਉਂਕਿ ਜੇ ਤੁਸੀਂ ਇੰਗਲਿਸ਼ ਸੁਣ ਕੇ ਅੰਡਰਸਟੈਂਡ ਨਹੀਂ ਕਰੋਗੇ, ਤੁਸੀਂ ਜੇ ਬਾਹਰ ਦੇ ਦੇਸ਼ ਵਿੱਚ, ਆਇਲਸ ਦਾ ਕੀ ਮਤਲਬ ਹੈ, ਤੁਸੀਂ ਬਾਹਰ ਦੇ ਦੇਸ਼ ਵਿੱਚ ਜਾ ਕੇ ਜੇ ਕੰਮ ਕਰਨਾ ਹੈ ਜਾਂ ਪੜ੍ਹਨਾ ਹੈ, ਤੁਹਾਨੂੰ ਉਹਨਾਂ ਦੀ ਭਾਸ਼ਾ ਸਮਝ ਆਉਣੀ ਚਾਹੀਦੀ ਹੈ। ਦੈਟਸ ਇਟ। ਤੇ ਜੇ ਤੁਹਾਨੂੰ ਸੁਣ ਕੇ ਇੰਗਲਿਸ਼ ਸਮਝ ਨਹੀਂ ਆ ਰਹੀ ਤੇ ਤੁਸੀਂ ਕਨਵਰਸੇਸ਼ਨ ਕਿੱਦਾਂ ਕਰੋਗੇ?
ਹੈ ਨਾ, ਕਿਸ ਤਰ੍ਹਾਂ ਅਗਲੇ ਦਾ ਗੱਲ ਸਮਝੋਗੇ, ਤੁਹਾਡਾ ਤੇ ਬਹੁਤ ਜ਼ਿਆਦਾ ਬੈਕ, ਤੁਸੀਂ ਤੇ ਮਤਲਬ ਸਰਵਾਈਵ ਨਹੀਂ ਕਰ ਪਾਓਗੇ ਨਾ। ਤੇ ਹੁਣ ਇੱਕ ਮਿਥ ਰਿਲੇਟਡ ਹੈਗਾ ਆਇਲਸ ਦੀ ਟ੍ਰੇਨਿੰਗ ਦੇ ਬਹੁਤ ਸਾਰੇ ਸਟੂਡੈਂਟਸ ਆ ਕੇ ਕਹਿੰਦੇ ਅਸੀਂ ਤੇ ਇੰਗਲਿਸ਼ ਮੂਵੀਜ਼ ਦੇਖਣੇ ਆ ਤੇ ਸੀਰੀਜ਼ ਦੇਖਣੇ ਆ। ਪਹਿਲਾਂ ਹੁੰਦਾ ਸੀ ਜਦੋਂ ਮਤਲਬ ਅੱਜ ਤੋਂ 20 ਸਾਲ ਪਹਿਲਾਂ ਕੁਝ ਲੋਕ ਦੇਖਦੇ ਸੀ, ਅੱਜ ਕੱਲ ਤੇ ਇਹ OTT ਪਲੇਟਫਾਰਮਸ ਆ ਗਏ, ਹਰ ਬੰਦਾ ਹੀ ਦੇਖ ਰਿਹਾ ਹੈ ਨਾ, ਕਿ ਅਸੀਂ ਜੀ ਸਾਨੂੰ ਇੰਗਲਿਸ਼ ਬਹੁਤ ਆਂਦੀ ਹੈ, ਅਸੀਂ ਪ੍ਰੈਕਟਿਸ ਕਰਦੇ ਹਾਂ ਰੋਜ਼, ਅਸੀਂ ਇੰਗਲਿਸ਼ ਮੂਵੀਜ਼ ਦੇਖਦੇ ਹਾਂ, ਅਸੀਂ ਸੀਰੀਜ਼ ਦੇਖਦੇ ਹਾਂ। ਹੁਣ ਉਹ ਫਸਟ ਸਟੈਪ ਹੈ ਤੁਹਾਡਾ। ਜਿਹੜਾ ਸੈਕੰਡ ਸਟੈਪ ਹੈ ਨਾ, ਉਹ ਨਹੀਂ ਕਰੋਗੇ ਤੇ ਲਿਸਨਿੰਗ ਦੇ 9 ਬੈਂਡ ਆਣੇ ਤੁਹਾਡੇ ਲਈ ਮੁਸ਼ਕਿਲ ਹੋਣਗੇ, ਇੰਪੋਸੀਬਲ ਨਹੀਂ ਹੈ। ਉਹ ਸੈਕੰਡ ਸਟੈਪ ਇਹ ਹੈ ਕਿ ਤੁਸੀਂ ਪੋਡਕਾਸਟ ਸੁਣੋ, ਠੀਕ ਹੈ, ਆਡੀਓ ਸੁਣੋ। ਤੇ ਆਡੀਓ ਅੱਜ ਕੱਲ ਤੇ ਪੋਡਕਾਸਟ ਨੇ ਮਤਲਬ ਲਹਿਰ ਬਹਿਰ ਲਗਾਈ ਹੋਈ, ਉਹ ਤੁਹਾਡੇ ਲਈ ਬਹੁਤ ਈਜ਼ੀ ਹੋ ਗਿਆ। ਪਹਿਲਾਂ ਆਡੀਓ ਸੁਣਨੇ ਮੁਸ਼ਕਲ ਹੁੰਦੇ ਸੀਗੇ, ਕਿਉਂਕਿ ਜਦੋਂ ਤੁਸੀਂ ਵਿਜ਼ੂਅਲ ਕੰਟੈਕਸਟ ਵਿੱਚ ਇੱਕ ਦੇਖਦੇ ਹੈਗੇ ਹੋ ਕਿਸੇ ਨੂੰ ਬੋਲਦੇ ਹੋਏ, ਕੁਝ ਨਹੀਂ ਵੀ ਸਮਝ ਆਇਆ, ਤੁਹਾਡਾ ਬ੍ਰੇਨ ਉਹਨੂੰ ਗੈਸ ਕਰ ਲੈਂਦਾ ਹੈ ਕੰਟੈਕਸਟ ਤੋਂ। ਤੇ ਜੇ ਤੁਸੀਂ ਉਹ ਵਿਜ਼ੂਅਲ ਕੰਟੈਕਸਟ ਹਟਾ ਦੋ ਤੇ ਨਹੀਂ ਸਮਝ ਆਇਆ, ਹੁਣ ਲਿਸਨਿੰਗ ਐਗਜ਼ਾਮ ਵਿੱਚ ਇੱਕ ਵਾਰ ਤੁਸੀਂ ਸੁਣਨਾ ਹੈ ਜੋ ਉਹਨੇ ਕਿਹਾ, ਫਿਰ ਨਾਲ ਉਹਦਾ ਪੜ੍ਹਨਾ ਵੀ ਹੈ, ਉਹਦੇ ਆਨਸਰਸ ਵੀ ਦੇਣੇ ਹੈ ਉਹਦੇ ਬਾਰੇ, ਤੇ ਨਾਲ ਟਾਈਮ ਵੀ ਕੰਸਟ੍ਰੇਂਟ ਹੈ। ਤੇ ਜੇ ਤੁਸੀਂ ਵਿਜ਼ੂਅਲ ਕੰਟੈਕਸਟ ਨਹੀਂ ਹੈਗਾ, ਫਿਰ ਤੁਸੀਂ ਕਹਿੰਦੇ ਹੁਣ ਸਾਡੇ ਨੰਬਰ ਨਹੀਂ ਆਏ। ਕਿਉਂ? ਕਿਉਂਕਿ ਤੁਹਾਡੇ ਬ੍ਰੇਨ ਨੂੰ ਤੁਸੀਂ ਆਡੀਟਰੀ ਸਕਿੱਲਸ ਆਪਣੀਆਂ ਐਨਹਾਂਸ ਨਹੀਂ ਕੀਤੀਆਂ, ਉਹ ਪੋਡਕਾਸਟ ਸੁਣ ਕੇ, ਕਿਸੇ ਦੀ ਲੈਂਗੁਏਜ ਸੁਣ ਕੇ, ਵਿਦਆਊਟ ਵਿਜ਼ੂਅਲ ਕੰਟੈਕਸਟ। ਮਤਲਬ ਹਿਊਜ ਡਿਫਰੈਂਸ ਬਿਟਵੀਨ ਆਡੀਓ ਐਂਡ ਵੀਡੀਓ। ਬਿਲਕੁਲ, ਆਡੀਟਰੀ ਐਂਡ ਵਿਜ਼ੂਅਲ ਸਕਿੱਲਸ ਜਦੋਂ ਮਿਲਦੀਆਂ ਤੇ ਵਿਜ਼ੂਅਲ ਹੈਲਪ ਕਰ ਦਿੰਦੀਆਂ। ਜਦੋਂ ਕੱਲੀ ਆਡੀਟਰੀ ਸਕਿੱਲ ਆਉਂਦੀ ਹੈ ਤੇ ਹੋਰ ਤੁਹਾਡਾ ਪਾਰਟ ਆਫ ਦਾ ਬ੍ਰੇਨ ਐਕਸਰਸਾਈਜ਼ ਹੋ ਰਿਹਾ, ਉਹ ਤੁਹਾਨੂੰ ਪ੍ਰੈਕਟਿਸ ਕਰਨੀ ਪੈਂਦੀ ਹੈ। ਉਹਦੇ 'ਚ ਵੀ ਇੱਕ ਗੱਲ ਹੈ, ਜਦੋਂ ਤੁਸੀਂ ਪੋਡਕਾਸਟ ਸੁਣ ਰਹੇ ਹੋ, ਤੁਹਾਨੂੰ ਇੱਕ ਬੰਦੇ ਦੇ ਬੋਲਦੇ ਦੇ ਪੋਡਕਾਸਟ ਵੀ ਸੁਣਨੇ ਹੈ ਤੇ ਦੋ ਬੰਦਿਆਂ ਦੇ ਬੋਲਦੇ ਕਨਵਰਸੇਸ਼ਨ, ਕਿਉਂਕਿ ਐਗਜ਼ਾਮ ਵਿੱਚ ਤੁਹਾਡੇ ਪਾਰਟਸ ਹੁੰਦੇ ਆ ਲਿਸਨਿੰਗ ਦੇ। ਕੁਝ ਪਾਰਟਸ ਵਿੱਚ ਇੱਕ ਪਰਸਨ ਬੋਲੇਗਾ, ਕੁਝ ਪਾਰਟਸ ਵਿੱਚ ਦੋ ਲੋਕ ਬੋਲਣਗੇ, ਤੇ ਇੱਕ ਬੰਦਾ ਕੁਝ ਕਹਿ ਰਿਹਾ, ਦੂਜਾ ਉਹਦੀ ਗੱਲ ਨੂੰ ਕੱਟ ਕਰ ਰਿਹਾ ਜਾਂ ਉਹਦੇ ਬਾਰੇ ਹੋਰ ਇਨਫੋਰਮੇਸ਼ਨ ਦੇ ਰਿਹਾ, ਉਹ ਕਨਵਰਸੇਸ਼ਨ ਵੀ ਸੁਣਨ ਦੀ ਤੁਹਾਨੂੰ ਆਦਤ ਹੋਣੀ ਚਾਹੀਦੀ ਹੈ। ਫਿਰ ਤੁਹਾਡਾ ਲਿਸਨਿੰਗ ਦਾ ਸਕੋਰ ਬੈਟਰ ਹੋ ਸਕਦਾ ਹੈ। ਜਦੋਂ ਅਸੀਂ ਲਿਸਨਿੰਗ ਸੁਣਦੇ ਆ ਨਾ, ਆਮ ਤੌਰ ਤੇ ਅਸੀਂ ਜਿੱਦਾਂ ਦੇ ਐਟਮੋਸਫੇਅਰ ਦੇ ਵਿੱਚ ਰਹਿ ਰਹੇ ਹਾਂ, ਸਾਡੇ ਲੋਕਾਂ ਦਾ ਐਕਸੈਂਟ ਹੋਰ ਆ, ਸਾਊਥ ਦਾ ਐਕਸੈਂਟ ਹੋਰ ਆ, ਹਰ ਜਗ੍ਹਾ ਦਾ। ਪਰ ਜਦੋਂ ਆਪਾਂ ਸਪੀਕਿੰਗ ਟੈਸਟ ਦੇ ਬਾਅਦ ਆਉਂਦੇ ਆ ਲਿਸਨਿੰਗ ਦੇ ਉੱਤੇ, ਉਹ ਸਪੀਕਿੰਗ ਦੇ ਵਿੱਚ ਅਸੀਂ ਆਪਣੇ ਹਿਸਾਬ ਦੇ ਨਾਲ ਇੰਗਲਿਸ਼ ਬੋਲ ਰਹੇ ਹਾਂ, ਲਿਸਨਿੰਗ ਦੇ ਵਿੱਚ ਉਹ ਆਪਣੇ ਹਿਸਾਬ ਦੇ ਨਾਲ, ਉਹਨਾਂ ਦਾ ਆਪਣਾ ਐਕਸੈਂਟ ਆ। ਕਿਹੋ ਜਿਹੇ ਐਕਸੈਂਟ ਬੱਚੇ ਸੁਣ ਕੇ ਪ੍ਰੈਕਟਿਸ ਕਰਨ? UK ਦਾ ਐਕਸੈਂਟ ਤੇ ਆਸਟ੍ਰੇਲੀਆ ਦਾ ਐਕਸੈਂਟ, ਕਿਉਂਕਿ ਇਹ ਦੋ ਜਗ੍ਹਾ ਤੋਂ ਆਇਲਸ ਦੇ ਐਗਜ਼ਾਮ ਤਿਆਰ ਕੀਤੇ ਜਾਂਦੇ ਹੈ। ਤੇ ਜੇ ਤੁਸੀਂ, ਕਿਉਂਕਿ ਅਮਰੀਕਨ ਐਂਡ ਬ੍ਰਿਟਿਸ਼ ਐਕਸੈਂਟ ਵਿੱਚ ਫਰਕ ਹੁੰਦਾ ਹੈ, ਤੇ ਤੁਹਾਨੂੰ ਪ੍ਰੈਕਟਿਸ ਕਰਨੀ ਹੈਗੀ ਹੈ UK ਦਾ ਐਕਸੈਂਟ ਤੇ ਆਸਟ੍ਰੇਲੀਅਨ ਐਕਸੈਂਟ ਸੁਣਨ ਦੀ। ਤੁਸੀਂ ਜਦੋਂ ਸ਼ੁਰੂ ਕਰ ਰਹੇ ਹੋ ਸੁਣਨਾ, ਜਿੱਦਾਂ ਪੋਡਕਾਸਟ ਹੈ, ਉਦੋਂ ਉਹ ਸੁਣੋ ਜਿਹੜੀ ਚੀਜ਼ ਤੁਹਾਨੂੰ ਇੰਟਰਸਟ ਹੈ, ਕਿਉਂਕਿ ਤੁਹਾਡਾ ਸਸਟੇਨੇਬਿਲਿਟੀ ਰਹਿਣਾ ਚਾਹੀਦਾ ਹੈ, ਉਹ ਹੈਬਿਟ ਬਣਨੀ ਚਾਹੀਦੀ ਹੈ। ਦੌੜ ਜਾਓਗੇ ਤੁਸੀਂ ਜੇ ਇਨੀਸ਼ੀਅਲੀ ਤੁਹਾਨੂੰ ਕੁਝ ਵੀ ਨਹੀਂ ਸਮਝ ਆ ਰਿਹਾ, ਤੇ ਸੈਕੰਡ ਸਟੈਪ ਆਏਗਾ ਕਿ ਤੁਸੀਂ ਫੇਰ ਕਨਸੈਂਟਰੇਟ ਕਰੋ UK ਤੇ ਆਸਟ੍ਰੇਲੀਅਨ ਐਕਸੈਂਟ ਦੇ ਉੱਪਰ। ਉਹਨਾਂ ਲੋਕਾਂ ਦੇ ਪੋਡਕਾਸਟ ਸੁਣੋ ਜਿਹੜੇ ਉਸ ਦੇ ਨੈਸ਼ਨੈਲਿਟੀ ਜਿਨ੍ਹਾਂ ਦੀ ਹੈਗੀ ਹੈ, UK ਦੇ ਹੈਗੇ ਜਾਂ ਆਸਟ੍ਰੇਲੀਆ ਦੇ, ਫਿਰ ਉਹ ਐਕਸੈਂਟ ਤੁਸੀਂ ਰੈਕਗਨਾਈਜ਼ ਕਰ ਪਾਓਗੇ, ਉਹਨਾਂ ਦੀ ਗੱਲ ਸਮਝ ਪਾਓਗੇ। ਓਕੇ, ਜਦੋਂ ਤੁਸੀਂ ਬੋਲ ਰਹੇ ਹੋ, ਜਦੋਂ ਤੁਸੀਂ ਸੁਣ ਰਹੇ ਹੋ। ਜਦੋਂ ਅਸੀਂ ਮਤਲਬ ਪ੍ਰੋਪਰ ਐਕਸੈਂਟ ਉਹਨਾਂ ਲੋਕਾਂ ਦੇ ਸੁਣਨੇ ਸ਼ੁਰੂ ਕਰਾਂਗੇ ਜਿਨ੍ਹਾਂ ਦੀ ਲੈਂਗੁਏਜ ਉੱਥੇ ਆਏਗੀ, ਤਾਂ ਸਾਨੂੰ ਸਮਝ ਆਉਣਾ ਸ਼ੁਰੂ ਹੋ ਜਾਏਗਾ। ਕਿਉਂਕਿ ਇੱਕ ਕਾਮਨ ਸੈਂਸ ਆ, ਹੈ ਨਾ, ਆਪਾਂ ਲੋਕ, ਮੈਂ ਅਕਸਰ ਕਹਿੰਦੀ ਹੁੰਦੀ, ਅਸੀਂ ਵਾਟਰ ਕਹਿੰਦੇ ਆ, ਸਾਡਾ ਆਰ ਚੰਗੀ ਤਰ੍ਹਾਂ ਸੁਣਦਾ। ਜਿਹੜੇ ਬ੍ਰਿਟਿਸ਼ ਇੰਗਲਿਸ਼ ਆ, ਉਹ ਆਰ ਖਾਈ ਜਾਂਦੇ ਆ, ਉਹਨਾਂ ਦਾ ਟਮੈਟੋ, ਉੱਥੇ ਤੁਸੀਂ ਜੰਮੇ ਪਲੇ ਆ, ਤੁਹਾਨੂੰ ਹੈ ਨਾ, ਕੋਈ ਟੋਮੈਟੋ ਕਹਿੰਦਾ, ਕੋਈ ਟਮੈਟੋ ਕਹਿੰਦਾ, ਹੈ ਨਾ। ਸੋ ਇੱਕ ਤਾਂ ਅੱਜ ਮੈਂ ਬਹੁਤ ਵਾਰੀ ਦੇਖਿਆ ਕਈ ਲੋਕਾਂ ਦੇ ਵਿੱਚ ਟਮੈਟੋ ਨੂੰ ਲੈ ਕੇ ਬਹੁਤ ਜ਼ਿਆਦਾ ਹੋ ਰਹਿੰਦਾ, ਨਹੀਂ ਟਮੈਟੋ ਆ, ਨਹੀਂ ਟਮੋਟੋ ਆ, ਹੈ ਨਾ। ਸੋ ਹਰ ਲੈਂਗੁਏਜ ਦਾ ਹੈ ਮਤਲਬ ਬੇਸ਼ੱਕ ਉਹੀ ਹੈ। ਜਦੋਂ ਤੁਸੀਂ ਲਿਸਨਿੰਗ ਦੇ ਵਿੱਚ ਬੈਠੇ ਹੋ, ਤੁਹਾਡੇ ਕੋਲ ਟਾਈਮ ਵੀ ਤਾਂ ਘੱਟ ਹੁੰਦਾ, ਪ੍ਰੈਸ਼ਰ ਵੀ ਹੁੰਦਾ, ਤੁਹਾਨੂੰ ਉਹਨਾਂ ਦੀਆਂ ਗੱਲਾਂ ਵੀ ਸਮਝ ਨਹੀਂ ਆ ਰਹੀਆਂ, ਉਸ ਟਾਈਮ ਮੈਨੇਜਮੈਂਟ ਪ੍ਰੋਪਰ ਕਿੱਦਾਂ ਕੀਤੀ ਜਾਏ? ਦੇਖੋ, ਇਹ ਨਾ ਅਸੀਂ ਸਟ੍ਰੈਟਜੀਜ਼ ਆਪਣੇ ਟ੍ਰੇਨਿੰਗਸ ਵਿੱਚ ਸਿਖਾਉਂਦੇ ਹਾਂ, ਕਾਫੀ ਡਿਟੇਲ ਵਿੱਚ ਸਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਟਾਈਮ ਮੈਨੇਜਮੈਂਟ ਕਰਨੀ ਹੈ, ਤੇ ਕੁਐਸਚਨਸ ਨੂੰ ਪੜ੍ਹ ਕੇ ਕਿਸ ਤਰ੍ਹਾਂ ਤੁਸੀਂ ਅੰਡਰਸਟੈਂਡ ਕਰਨਾ ਹੈ ਕਿ ਕੀ ਬੋਲ ਰਹੇ। ਇਹਦੇ ਨਾਲ ਟਿਪਸ ਐਂਡ ਟ੍ਰਿਕਸ ਹੁੰਦੇ ਆ, ਕਿ ਜਿੱਦਾਂ ਕਈ ਵਾਰੀ ਉਹ ਕੁਝ ਇਨਫੋਰਮੇਸ਼ਨ ਦੇ ਕੇ ਵਾਪਸ ਲੈ ਲੈਂਦੇ ਆ, ਬਾਟੀਆਂ ਹਵਾਈਵਰ ਕਰਕੇ। ਇਹ ਚੀਜ਼ਾਂ ਤੁਹਾਨੂੰ ਲਿਸਨਿੰਗ ਜਦੋਂ ਮੋਡਿਊਲ ਕਰਾਇਆ ਜਾਂਦਾ, ਉਹਦੇ 'ਚ ਪ੍ਰੈਕਟਿਸ ਕਰਾਈਆਂ ਜਾਂਦੀਆਂ। ਲੇਕਿਨ ਇੱਕ ਚੀਜ਼ ਤੁਹਾਡੀ ਹੈਲਪ ਕਰਦੀ ਹੈ ਲਿਸਨਿੰਗ ਵਿੱਚ, ਕਿ ਜਦੋਂ ਅਸੀਂ ਰੀਡਿੰਗ ਪ੍ਰੈਕਟਿਸ ਕਰਦੇ ਹਾਂ ਤੇ ਰਾਈਟਿੰਗ ਦੀ ਪ੍ਰੈਕਟਿਸ ਕਰਦੇ ਹਾਂ, ਸਾਨੂੰ ਸਿਨੋਨਿਮਸ ਤੇ ਪੈਰਾਫਰੇਜ਼ਸ ਦੀ ਇਨਫੋਰਮੇਸ਼ਨ ਮਿਲਦੀ ਹੈ। ਤੇ ਇੱਕ ਵਰਡ ਨੂੰ ਕਹਿਣ ਦੇ ਹੋਰ ਤਰੀਕੇ, ਦੂਜੇ ਵਰਡਸ ਨਾਲ ਜਾਂ ਦੂਜੇ ਸ਼ਾਰਟ ਸੈਂਟੈਂਸਿਸ ਨਾਲ, ਉਹਨਾਂ ਨੂੰ ਜਦੋਂ ਅਸੀਂ ਸਵਾਪ ਕਰਦੇ ਹਾਂ ਤੇ ਉਹ ਸਾਨੂੰ ਪ੍ਰੈਕਟਿਸ ਮਿਲਦੀ ਹੈ ਰੀਡਿੰਗ ਐਂਡ ਰਾਈਟਿੰਗ ਵਿੱਚ। ਉਹ ਸਾਡੀ ਹੈਲਪ ਲਿਸਨਿੰਗ ਵਿੱਚ ਵੀ ਕਰਦੀ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਹਾਂ ਕਿ ਜਿਹੜੇ ਲਿਸਨਿੰਗ ਆਡੀਓ 'ਚ ਉਹ ਡਿਫਿਕਲਟੀ ਵਰਡ ਬੋਲ ਰਹੇ ਹੈ,
ਤੇ ਤੁਹਾਡੇ ਕੁਐਸਚਨ ਵਿੱਚ ਪ੍ਰੋਬਲਮਸ ਵਰਡ ਆ ਸਕਦਾ ਹੈ ਨਾ, ਤੇ ਤੁਹਾਨੂੰ ਸਿਨੋਨਿਮ ਰੈਕਗਨਾਈਜ਼ ਕਰਨ ਦੀ ਹੈਬਿਟ ਹੋਣੀ ਚਾਹੀਦੀ ਹੈ। ਉਹ ਤੁਹਾਡੀ ਪ੍ਰੈਕਟਿਸ ਰੀਡਿੰਗ ਤੇ ਰਾਈਟਿੰਗ ਵਿੱਚ ਹੋ ਜਾਂਦੀ ਹੈ। ਓਕੇ, ਉਹ ਤੁਹਾਨੂੰ ਜਦੋਂ ਉਹਨੂੰ ਠੀਕ ਤਰ੍ਹਾਂ ਪ੍ਰੈਕਟਿਸ ਕਰੋਗੇ, ਉਹ ਤੁਹਾਨੂੰ ਇੱਥੇ ਤੁਹਾਨੂੰ ਰੈਕਗਨੀਸ਼ਨ ਆ ਜਾਂਦੀ ਹੈ ਕਿ ਇਹ ਵਰਡ ਨੂੰ ਇਹਨਾਂ ਨੇ ਇਸ ਤਰ੍ਹਾਂ ਬੋਲ ਸਕਦੇ ਹੈ। ਫਿਰ ਜਦੋਂ ਬੋਲਦੇ ਹੈ ਤੇ ਤੁਹਾਨੂੰ ਲੱਗਦਾ ਹੈ ਅੱਛਾ ਇਹ ਵਰਡ ਇਸ ਤਰ੍ਹਾਂ ਲਿਖਿਆ ਹੋ ਸਕਦਾ ਹੈ। ਜਦੋਂ ਅਸੀਂ ਲਿਸਨਿੰਗ ਦੇ ਟੈਸਟ ਨੂੰ ਦੇ ਰਹੇ ਹਾਂ, ਲਿਸਨਿੰਗ ਦੇ ਦੌਰਾਨ ਹੁੰਦਾ ਤਾਂ ਨਹੀਂ ਆ ਜ਼ਰੂਰੀ ਕਿ ਸਾਰੇ ਵਰਡਸ ਆ ਜਿਹੜੇ ਪ੍ਰੋਪਰ ਇੱਕੋ ਵਾਰੀ ਉਹਨਾਂ ਨੇ ਕਹੇ ਦੁਬਾਰਾ ਨਾ ਕਹਿਣ, ਜਾਂ ਜਿਹੜਾ ਵਰਡ ਇੱਕ ਵਾਰੀ ਕਹਿ ਦਿੱਤਾ ਦੁਬਾਰਾ ਕਹਿ ਦਿੱਤਾ, ਜਿੱਦਾਂ ਤੁਸੀਂ ਕਿਹਾ ਹਾਊ ਐਵਰ ਕਹਿ ਕੇ ਉਹ ਚੀਜ਼ ਵਾਪਸ ਲੈ ਲੈਂਦੇ ਆ। ਕੋਈ ਐਗਜ਼ਾਮਪਲ ਦੇ ਸਕਦੇ ਆ ਕਿ ਉਹ ਕਿਸ ਤਰੀਕੇ ਨਾਲ ਵਾਪਸ ਲੈਂਦੇ ਆ? ਮੈਂ ਤੁਹਾਨੂੰ ਇੱਕ ਡੇ ਟੂ ਡੇ ਲਾਈਫ ਦਾ ਐਗਜ਼ਾਮਪਲ ਦੇਣੀ ਆ, ਉਹ ਤੁਹਾਨੂੰ ਮਤਲਬ ਉਹਨੂੰ ਤੁਸੀਂ ਰੈਪਲੀਕੇਟ ਕਰ ਸਕਦੇ ਹੋ ਲਿਸਟ ਤੇ, ਤਾਂ ਕਿ ਸਾਰਿਆਂ ਨੂੰ ਸਮਝ ਆ ਜਾਏ। ਹੁਣ ਜਿੱਦਾਂ ਕੋਈ ਕਹਿ ਰਿਹਾ ਆਈ ਲਵ ਡਰਿੰਕਿੰਗ ਕਾਫੀ, ਹੈ ਨਾ, ਮੈਨੂੰ ਕਾਫੀ ਪੀਣਾ ਬਹੁਤ ਜ਼ਿਆਦਾ ਪਸੰਦ ਹੈ ਜੀ, ਬਟ ਅੱਜ ਕੱਲ ਮੈਂ ਕਾਫੀ ਨਹੀਂ ਪੀ ਰਹੀ ਕਿਉਂਕਿ ਮੈਨੂੰ ਉਹਦੇ ਨਾਲ ਇੰਡਾਈਜੈਸ਼ਨ ਹੋ ਜਾਂਦੀ ਹੈ। ਹੁਣ ਜਿੰਨੇ ਇਹ ਟ੍ਰੇਨਿੰਗ ਨਹੀਂ ਲਈ ਉਹਨੇ ਤੇ ਆਈ ਲਵ ਡਰਿੰਕਿੰਗ ਕਾਫੀ ਦਾ ਟਿਕ ਕਰ ਦੇਣਾ ਕਿ ਇਹਨੂੰ ਤੇ ਕਾਫੀ ਬਹੁਤ ਪਸੰਦ ਹੈਗੀ ਹੈ। ਸਵਾਲ ਉਹਨਾਂ ਨੇ ਸਾਰੇ ਪੁੱਛੇ, ਕਾਫੀ ਪਸੰਦ ਹੈ, ਅੱਜ ਕੱਲ ਕਾਫੀ ਪੀ ਰਹੇ ਕਿ ਨਹੀਂ ਪੀ ਰਹੇ, ਦਿਨ ਚ ਕਿੰਨੀ ਵਾਰ ਪੀ ਰਹੇ ਹੈ, ਤੇ ਹੁਣ ਉਹ ਜਿਹੜਾ ਉਹਨੇ ਬਟ ਕਹਿ ਕੇ ਗੱਲ ਆਪਣੀ ਵਾਪਸ ਲਈ ਹੈ, ਉਹ ਸਾਡੇ ਲਈ ਅੰਡਰਸਟੈਂਡ ਕਰਨਾ ਉਹ ਟ੍ਰਿਕ ਹੈਗਾ ਕਿ ਅੱਜ ਕੱਲ ਉਹ ਚਾਹੇ ਲਵ ਕਰਦੇ ਹੈ ਕਾਫੀ, ਅੱਜ ਕੱਲ ਉਹ ਨਹੀਂ ਪੀ ਰਹੀ, ਹੈ ਨਾ। ਕੁਐਸਚਨ ਉਹਨਾਂ ਨੇ ਤੁਹਾਨੂੰ ਪੁੱਛਿਆ ਅੱਜ ਕੱਲ ਇਹ ਕਾਫੀ ਪੀ ਰਹੀ ਹੈ ਕਿ ਨਹੀਂ ਪੀ ਰਹੀ, ਹੈ ਨਾ, ਤੇ ਕੁਐਸਚਨ ਪੁੱਛਿਆ ਉਹਨਾਂ ਨੇ ਅੱਜ ਕੱਲ ਇਹ ਦਿਨ ਚ 4 ਵਾਰ ਕਾਫੀ ਪੀ ਰਹੀ ਹੈ। ਹੁਣ ਤੁਹਾਨੂੰ ਉਹਨਾਂ ਦਾ ਐਕਸੈਂਟ ਘੱਟ ਵੱਧ ਹੀ ਸਮਝ ਆਉਂਦਾ, ਤੁਸੀਂ ਦੇਖਿਆ ਕਿ ਲਵ ਕਾਫੀ ਕਿਹਾ ਜੀ 4 ਵਾਰ ਚ ਦਿਨ ਪੀਂਦੀ ਹੋਣੀ ਹੈ ਨਾ। ਮੈਂ ਆਈ ਲਵ ਕਾਫੀ ਮੈਂ ਪਹਿਲਾਂ 4 ਵਾਰ ਦਿਨ ਚ ਪੀਂਦੀ ਸੀ, ਬਟ ਅੱਜ ਕੱਲ ਮੈਂ ਨਹੀਂ ਪੀ ਰਹੀ ਕਿਉਂਕਿ ਮੈਨੂੰ ਸੂਟ ਨਹੀਂ ਕਰ ਰਹੀ। ਉਹ ਬਟ ਕਹਿ ਕੇ ਜਿਹੜੀ ਚੀਜ਼ ਉਹਨਾਂ ਨੇ ਵਾਪਸ ਲੈ ਲੈਣੀ ਹੈ ਨਾ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹ ਮਤਲਬ ਬਹੁਤ ਤਰ੍ਹਾਂ ਦੀਆਂ ਸਟ੍ਰੈਟਜੀਜ਼ ਹੁੰਦੀਆਂ ਕਿ ਕਿਸ ਤਰ੍ਹਾਂ ਤੁਸੀਂ ਪੇਪਰ ਨੂੰ ਸੋਲਵ, ਤਦੀ ਮੈਂ ਤੁਹਾਨੂੰ ਕਹਿੰਦੀ ਹਾਂ ਇਟ ਇਜ਼ ਨਾਟ ਓਨਲੀ ਇੰਗਲਿਸ਼ ਬੇਸਡ। ਇਹ ਹੁਣ ਜਿਹਨੂੰ ਇੰਗਲਿਸ਼ ਵੀ ਘੱਟ ਆਉਂਦੀ ਹੈ, ਜੇ ਉਹਨੇ ਲਿਸਨਿੰਗ ਤੇ ਰੀਡਿੰਗ ਦੀ ਇਹ ਸਟ੍ਰੈਟਜੀਜ਼ ਸੋਲਵ ਕਰ ਲਈਆਂ ਤੇ ਉਹਦਾ ਸਕੋਰ ਅੱਛਾ ਆ ਸਕਦਾ ਹੈ ਨਾ। ਠੀਕ ਹੈ, ਰਾਈਟਿੰਗ ਬਹੁਤ ਅੱਛੀ ਨਹੀਂ ਹੋ ਪਾ ਰਹੀ, ਸਪੀਕਿੰਗ ਬਹੁਤ ਅੱਛੀ, ਬਟ ਇਹ ਜੇ ਤੁਹਾਨੂੰ ਓਵਰਆਲ ਬੈਂਡ ਹੀ ਚਾਹੀਦਾ ਹੈ ਤੇ ਲਿਸਨਿੰਗ ਤੇ ਰੀਡਿੰਗ ਤੁਹਾਡਾ ਓਵਰਆਲ ਬੈਂਡ ਉੱਪਰ ਲੈ ਜਾਏਗੀ। ਸੋ ਅੱਜ ਦੇ ਲਈ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਨੂ ਕਿਰਨ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਆਏ ਆ। ਮੈਂ ਜਿਵੇਂ ਪਹਿਲਾਂ ਦੱਸਿਆ ਸੀਗਾ ਕਿ ਸਪਿਨ ਮਾਰਕ ਇੰਸਟੀਟਿਊਸ਼ਨ ਦੇ ਇਹ ਫਾਊਂਡਰ CEO ਨੇ, ਔਰ ਬਹੁਤ ਸਾਰੀ ਮਿਹਨਤ ਤੁਸੀਂ ਕਰਾ ਵੀ ਰਹੇ ਹੋ, ਕਰ ਵੀ ਰਹੇ ਹੋ, ਬਹੁਤ ਅੱਛੇ ਲੈਵਲ ਤੇ ਟ੍ਰੇਨਿੰਗ ਦੇ ਰਹੇ ਹੋ। ਅੱਜ ਵੀ ਜਿੰਨੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਬਹੁਤ ਅੱਛਾ ਲੱਗਾ, ਪਰ ਅੱਜ ਸਰਿਆ ਨਹੀਂ ਗੱਲਾਂ ਬਾਤਾਂ ਆਪਾਂ ਕਰਕੇ, ਆਪਾਂ ਪਾਰਟ ਵੀ ਕਰਨਾ ਹੈ ਪ੍ਰੋਗਰਾਮ ਦਾ। ਸੋ ਫਿਲਹਾਲ ਅੱਜ ਦੇ ਲਈ ਆਗਿਆ ਦਿਓ, ਹੁਣ ਦਰਸ਼ਕਾਂ ਦੇ ਲਈ ਪਾਰਟ ਵੀ ਲੈ ਕੇ ਹਾਜ਼ਰ ਹੋਵਾਂਗੇ। ਥੈਂਕ ਯੂ ਸੋ ਮਚ।